गुरु नानक पद पंकज बंदन पद सिमरो अंगद दुख गुर अमरदास हृदय नित्यावो हृदय श्री गुरु रामदास गुण गुरु अर्जन बिघनन के बिघनन आसक हर गोविंद शुभ मत प्रकाशक श्री हर राय नमो कर जोरी नमो कार जोरी श्री हर कृष्ण मनाओ बहोरी तेग बहादुर परम कृपाला सतगुर परम कृपाला श्री गुरु गोबिंद सिंह बेसाला पैरों तेरा पर पुन पुन सीसा वाहिगुरु पुन पुन सीसा बंदों बार बार जगदीसा कंकर सतगुरु तेरे प्रसाद सच होए वाहिगुरु जी की फतेह है विघ्न विनाशन सोए जिसमें अमृत ज्ञान है मानक भगत वैराग गुरु ग्रंथ साहिब उदद बंदो कर अनुराग गुरु ग्रंथ साहिब उदद बंदो कर अनुराग सतनाम श्री वाहिगुरु साहिब जी करत सेव निस दिन श्री गुरु की अहं में तज कै सब रीत दिन प्रत अधिक अधिक ही सेव है करत चौप अति उपजत चीत सुन है ना पन है ना आन बैन मन गिन है ना गिनती कुछ भी प्रीत तन मन अर्प्यो चरण गुरु के इसी ख्याल में है परम अतीत वाहिगुरु जी का खालसा वाहिगुरु जी की फतेह। जोगो जोगा टल सतगुरु श्री गुरु ग्रंथ साहिब जी महाराज जी की पावन पवित्र हजूरी जुड़ बैठी गुरु की साजी और नवाजी हुई गुरु का खास रूप गुरु खालसा साध संगत जीओ वड्डियां भागां वाले हो नेता प्रति गुरु चरना च जुड़ के सतगुरु जी की कल्याणकारी कथा अमृतमयी कथा सरवण कर रहे हो। अज पंचमी का दिन है। अमृत वेले तो ही बेअंत संगतां हाजरियां भर रही हैं। पंचमी के जोड़ मेले हर महीने 9वें पातशाह के इस पावन स्थान ते पुरातन समय तो ही मनाए जाते रहे ने। दीवान सजदे ने ढाडी सिंह
ਕਵੀਸ਼ਰ ਸਿੰਘ ਰਾਗੀ ਸਿੰਘ ਗੁਰੂ ਜਸ ਗਾਇਨ ਕਰਦੇ ਹਨ। ਇਹ ਦਿਨ ਨੌਵੇਂ ਪਾਤਸ਼ਾਹ ਦੀ ਇਸ ਅਸਥਾਨ ਤੇ ਆਮਦ ਨੂੰ ਸਿਮਰਤੀ ਵਜੋਂ ਹਰ ਮਹੀਨੇ ਮਨਾਇਆ ਜਾਂਦਾ ਹੈ, ਕਿਉਂਕਿ ਮੱਘਰ ਸੁਦੀ ਪੰਚਮੀ ਵਾਲੇ ਦਿਨ ਸਤਿਗੁਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਔਰ ਬਸੰਤ ਪੰਚਮੀ ਵਾਲੇ ਦਿਨ ਸਤਿਗੁਰੂ ਜੀ ਨੇ ਇਸ ਸਥਾਨ ਤੇ ਚਰਨ ਪਾਏ ਸਨ। ਤੋ ਦੋਨੇ ਪੰਚਮੀ ਦੇ ਦਿਨ ਹੋਣ ਕਰਕੇ ਪੰਚਮੀ ਦਾ ਹੀ ਦਿਹਾੜਾ ਸਤਿਗੁਰਾਂ ਦੇ ਸਥਾਨ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਨਾਲ ਨੌਵੇਂ ਪਾਤਸ਼ਾਹ ਦਾ ਹੁਕਮ ਵੀ ਹੈ ਇਸ ਸਥਾਨ ਤੇ। ਲੜੀਵਾਰ ਕਥਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਘਾਲਣਾ ਦੀ ਆਪ ਜੀ ਸਰਵਣ ਕਰ ਰਹੇ। 72 ਸਾਲ ਦੀ ਉਮਰ ਵਿੱਚ ਸਤਿਗੁਰਾਂ ਦੀ ਸ਼ਰਨ ਆਏ ਹਨ। ਇਹੋ ਜੀ ਕਰੜੀ ਘਾਲਣਾ ਸਤਿਗੁਰੂ ਜੀ ਘਾਲਦੇ ਅੰਮ੍ਰਿਤ ਵੇਲੇ ਹੀ ਉੱਠ ਕੇ ਤਿਆਰ ਬਰ ਤਿਆਰ ਹੋ ਕੇ ਸਭ ਤੋਂ ਪਹਿਲੀ ਗਾਗਰ ਜਲ ਦੀ ਜਿਹੜੀ ਭਰ ਕੇ ਲਿਆਉਂਦੇ ਉਹਦੇ ਨਾਲ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਾਉਂਦੇ। ਫਿਰ ਗੁਰਸਿੱਖਾਂ ਦਾ ਇਸ਼ਨਾਨ ਕਰਾਉਣਾ, ਗੁਰੂ ਕੇ ਲੰਗਰਾਂ ਵਾਸਤੇ ਪਾਣੀ ਜਲ ਲੈ ਕੇ ਆਉਣਾ, ਜਲ ਦੀ ਸੇਵਾ ਸੰਪੰਨ ਹੋਣੀ ਤੇ ਲੰਗਰਾਂ ਵਿੱਚ ਲੰਗਰ ਪਕਾਉਣ ਦੀ ਸੇਵਾ ਕਰਨੀ, ਲੱਕੜ ਇਕੱਠੀ ਕਰਨ ਦੀ ਸੇਵਾ ਕਰਨੀ ਔਰ ਲੋਹ ਦੇ ਅੱਗੇ ਬਹਿ ਕੇ ਬਾਲਣ ਤਾਣ ਦੀ ਸੇਵਾ ਕਰਨੀ। ਇਹ ਸੇਵਾ ਵਿੱਚ ਸਤਿਗੁਰੂ ਜੀ ਦਿਨ ਰਾਤ ਇੱਕ ਕਰਕੇ ਲੱਗੇ ਰਹਿੰਦੇ। ਸਾਲ ਭਰ ਦਾ ਸਮਾਂ ਬੀਤ ਗਿਆ। ਗੁਰੂ ਅੰਗਦ ਸਾਹਿਬ ਨੇ ਨਹੀਂ ਪੁੱਛਿਆ ਪੁਰਖਾ ਤੇਰਾ ਕੀ ਹਾਲ ਹੈ। ਇਹ ਵੀ ਇੱਕ ਘਾਲਣਾ ਸੀ, ਕਸਵੱਟੀ ਸੀ। ਐਸਾ ਨਹੀਂ ਕਿ ਆਪਣੇ ਪਿਆਰੇ ਨੂੰ ਆਪਣੀ ਸਿਮਰਤੀ 'ਚ ਨਹੀਂ ਰੱਖਦੇ, ਪਰ ਇੱਕ ਪ੍ਰਕਾਰ ਦੀ ਕਸਵੱਟੀ ਸੀ ਲਾਈ ਹੋਈ। ਸਾਲ ਭਰ ਦਾ ਸਮਾਂ ਬੀਤਿਆ ਤੇ ਇੱਕ ਸਿਰੇ ਪਾਓ ਗੁਰੂ ਅੰਗਦ ਸਾਹਿਬ ਜੀ ਦਿੰਦੇ 1.5 ਗਜ ਦਾ ਤੇ ਆਪਣੇ ਸੀਸ ਤੇ ਗੁਰੂ ਅਮਰਦਾਸ ਸਾਹਿਬ ਜੀ ਬੰਨ ਲੈਂਦੇ। ਅਦਬ ਨਾਲ ਵੀ ਗੁਰੂ ਸਾਹਿਬ ਨੇ ਸਿਰੇ ਪਾਓ ਬਖਸ਼ਿਆ। ਆਓ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਘਾਲਣਾ ਇਹੋ ਜੀ ਘਾਲਣਾ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ ਕਿ ਜਦੋਂ ਸਤਿਗੁਰਾਂ ਦੀ ਇਸ ਘਾਲਣਾ ਦੀ ਕਥਾ ਨੂੰ ਕਰੀਏ, ਸੁਣੀਏ, ਲੋਕ ਕੰਡੇ ਖੜੇ ਹੋ ਜਾਂਦੇ ਹੈ ਕਿ ਸੇਵਾ ਇਸ ਪ੍ਰਕਾਰ ਵੀ ਹੁੰਦੀ ਹੈ। ਸੇਵਾ ਤਾਂ ਆਪਾਂ ਵੀ ਸਾਰੇ ਕਿਸੇ ਨਾ ਕਿਸੇ ਪ੍ਰਕਾਰ ਦੀ ਕਰਦੇ ਹਾਂ, ਪਰ ਸੇਵਾ ਦਾ ਸਿਖਰ ਉਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਛੋਇਆ ਹੈ। ਹਸਤੀ ਸਿਰ ਜਿਉ ਅੰਕਸ ਹੈ, ਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਊਭੀ ਸੇਵ ਕਰੇ। ਇਹ ਸੇਵਾ ਗੁਰੂ ਅਮਰਦਾਸ ਸਾਹਿਬ ਕਰਦੇ ਨੇ, ਆਪ ਉਹਨਾਂ ਦੇ ਬਚਨ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਤ ਸੇਵ ਨਿਸ ਦਿਨ ਸ੍ਰੀ ਗੁਰ ਕੀ। ਰਾਤ ਦਿਨ, ਕਿਉਂਕਿ ਨਿਉ ਵਾਲੇ ਨੈਣਾ ਦੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ। ਰਾਤ ਦਿਨ ਦਾ ਭਾਵ ਹੀ ਮਹਿਸੂਸ ਨਹੀਂ ਹੁੰਦਾ ਵੀ ਇਸ ਵੇਲੇ ਰਾਤ ਹੈ ਕਿ ਦਿਨ। ਇਹੋ ਜੀ ਸੇਵਾ ਵਿੱਚ ਸਤਿਗੁਰੂ ਜੀ ਲੱਗੇ ਨੇ ਕਿ ਰਾਤ ਦਿਨ ਆਪਣੇ ਅਹੰਗ ਭਾਵ ਨੂੰ ਤਿਆਗ ਕੇ ਸਤਿਗੁਰੂ ਜੀ ਸੇਵਾ ਕਰਦੇ ਹਨ। ਅਹੰ ਮੇਵ ਤਜ ਕੈ ਸਭ ਰੀਤ। ਆਪਣੇ ਹਿਰਦੇ ਦਾ ਅਹੰਗ ਮੇਵ ਭਾਵ ਛੱਡ ਕੇ ਸਰਬ ਪ੍ਰਕਾਰ ਨਾਲ ਦਿਨ ਪ੍ਰਤਿ ਅਦਿਕ ਅਦਕ ਹੀ ਸੇਵ ਹੈ। ਰਾਤ ਦਿਨ ਅਦਕ ਅਦਕ ਕੀ ਸੇਵਾ। ਜਿੰਨੀ ਅੱਜ ਚਾਅ ਨਾਲ ਸੇਵਾ ਕਰਦੇ, ਕੱਲ ਨੂੰ ਉਸ ਦੁੱਗਣੇ ਚਾਅ ਨਾਲ, ਪਰਸੋਂ ਹੋਰ ਦੁੱਗਣੇ ਚਾਅ ਨਾਲ। ਏਦਾਂ ਰਾਤ ਦਿਨ ਪ੍ਰਤੀ ਦਿਨ ਅਦਕ ਚਾਵ ਨਾਲ ਸਤਿਗੁਰੂ ਜੀ ਸੇਵਾ ਕਰਦੇ ਹਨ। ਕਰਤ ਚੌਂਪ ਅਤਿ ਉਪਜਤ ਚੀਤ। ਸਤਿਗੁਰਾਂ ਦੀ ਸੇਵਾ ਕਰਦਿਆਂ ਕਰਦਿਆਂ ਹਿਰਦੇ 'ਚ ਉਤਸ਼ਾਹ ਪੈਦਾ ਹੁੰਦਾ, ਹੋਰ ਚਾਅ ਪੈਦਾ ਹੁੰਦਾ। ਇਹ ਭਗਤੀ ਹੈ ਹੀ ਐਸੀ
ਕਿ ਜਲ ਵਿੱਚ ਰਹਿ ਕੇ ਵੀ ਜਲ ਦੀ ਪਿਆਸ ਬਣੀ ਰਹਿੰਦੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਰੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉਠੀ ਅਧਕਾਏ। ਪਾਣੀ 'ਚ ਰਹਿ ਕੇ ਵੀ ਪਾਣੀ ਪੀਣ ਦੀ ਪਿਆਸ। ਸਤਿਗੁਰਾਂ ਦੀ ਸੇਵਾ ਜਿਵੇਂ ਜਿਵੇਂ ਕਰਦੇ, ਸੇਵਾ ਕਰਕੇ ਹੋਰ ਚਾਅ ਪੈਦਾ ਹੁੰਦਾ। ਗੁਰਦੇਵ ਦੀ ਸੇਵਾ ਦਾ ਹੋਰ ਦੁੱਗਣਾ ਚਾਅ, ਮਨ ਰਜਦਾ ਹੀ ਨਹੀਂ, ਤ੍ਰਿਪਤ ਹੀ ਨਹੀਂ ਹੁੰਦਾ, ਇਤਨੇ ਪਿਆਰ ਨਾਲ ਸੇਵਾ ਕਰਦੇ ਹਨ। ਸੁਨ ਹੈ ਨਾ ਪਨ ਹੈ ਨਾ ਆਨ ਬੈਨ, ਨਾ ਕਿਸੇ ਨਾਲ ਕੋਈ ਗੱਲ ਸੁਣਦੇ ਨੇ, ਨਾ ਕਿਸੇ ਨਾਲ ਕੋਈ ਗੱਲ ਕਰਦੇ ਨੇ, ਬਸ ਆਪਣੀ ਸੇਵਾ 'ਚ ਮਸਤ। ਧੰਨ ਗੁਰੂ ਅਮਰਦਾਸ ਸਾਹਿਬ। ਜਦੋਂ ਅਸੀਂ ਸੇਵਾ ਕਰਦੇ ਆ, ਇੱਧਰ ਉੱਧਰ ਦੀਆਂ ਊਲ ਜਲੂਲ ਗੱਲਾਂ ਕਰਨ ਲੱਗ ਪੈਂਦੇ ਆ, ਤੇ ਫਿਰ ਸੇਵਾ 'ਚ ਧਿਆਨ ਨਹੀਂ ਜੁੜਦਾ। ਇਤਿਹਾਸ ਵਾਚਣ ਦਾ ਤੇ ਸੁਣਨ ਦਾ ਮਹਾਤਮ ਇਹੀ ਹੈ ਕਿ ਆਪਣੀਆਂ ਕਮੀਆਂ ਦਾ ਸੁਧਾਰ ਕਰਨਾ। ਅਸੀਂ ਸੇਵਾ ਕਰਦੇ ਆ, ਸੇਵਾ ਕਰਦੇ ਆ, ਜਿਉਂ ਉੱਚੀ ਉੱਚੀ ਆਵਾਜ਼ਾਂ ਮਾਰਦੇ, ਉਹ ਆ ਇਦਾਂ ਕਰਦੇ, ਆ ਇਦਾਂ ਕਰਦੇ, ਉੱਥੇ ਕੋਈ ਸੇਵਾ ਵਾਲਾ ਮਾਹੌਲ ਨਜ਼ਰ ਹੀ ਨਹੀਂ ਆਉਂਦਾ। ਸੇਵਾ ਦਾ ਮਤਲਬ ਹੈ ਕਿ ਤੁਸੀਂ ਕਿਸੇ ਦੂਜੇ ਨੂੰ ਕਹਿਣ ਦੀ ਬਜਾਏ ਤੂੰ ਇਦਾਂ ਕਰ, ਤੂੰ ਇਦਾਂ ਕਰ, ਆਪ ਕਰ ਲੈਣੀ ਚਾਹੀਦੀ ਹੈ। ਯਤਨ ਕਰਨਾ ਚਾਹੀਦਾ ਵੀ ਬਹੁਤ ਜ਼ਿਆਦਾ ਕੋਈ ਜ਼ਰੂਰੀ ਬਚਨ ਹੋਵੇ ਤਾਂ ਸੇਵਾ ਕਰਦਿਆਂ ਕਰ ਲੋ, ਨਹੀਂ ਤਾਂ ਮੌਨ ਰਹਿ ਕੇ ਕੁਝ ਸਮੇਂ ਲਈ, ਜਿੰਨਾ ਚਿਰ ਵੀ ਸੇਵਾ ਕਰਨੀ ਹੈ, ਬਿਲਕੁਲ ਮੌਨ ਰਹਿ ਕੇ ਸੇਵਾ ਵਿੱਚ ਜੁੜਨ ਦਾ ਯਤਨ ਕਰਨਾ, ਕਿਉਂਕਿ ਉਹ ਸੇਵਾ ਤਦੇ ਭਗਤੀ ਬਣੇਗੀ ਜਦੋਂ ਤੁਹਾਡਾ ਮਨ ਉਸ ਸੇਵਾ ਵਿੱਚ ਲੱਗਾ ਹੋਵੇਗਾ। ਗੁਰੂ ਅਮਰਦਾਸ ਸਾਹਿਬ ਜੀ ਨਾ ਕਿਸੇ ਨਾਲ ਕਿਸੇ ਦੀ ਗੱਲ ਸੁਣਦੇ ਹਨ, ਨਾ ਕਿਸੇ ਨਾਲ ਕੁਝ ਬੋਲਦੇ ਨੇ, ਬਸ ਆਪਣੀ ਸੇਵਾ 'ਚ ਤਤਪਰ ਨੇ। ਗਾਗਰ ਚੁੱਕਦੇ ਆ, ਗਾਗਰ ਢੋਣ ਦੀ ਸੇਵਾ। ਜੇ ਲੰਗਰਾਂ ਵਿੱਚ ਕੋਈ ਸੇਵਾ ਤਾਂ ਉੱਥੇ ਉਸੇ ਸੇਵਾ ਵਿੱਚ ਪੂਰਨ ਤੌਰ ਤੇ ਸਮਰਪਣ ਹੋ ਕੇ, ਜਿਵੇਂ ਪਾਤਸ਼ਾਹ ਨੇ ਕਿਹਾ ਨਾ, ਹਸਤੀ ਸਿਰ ਜੋ ਅੰਕਸ ਹੈ, ਇਉਂ ਆਪਣਾ ਆਪ ਗੁਰੂ ਚਰਨਾਂ 'ਚ ਅਰਪਣ ਕਰਕੇ ਸੇਵਾ ਕਰਦੇ ਹਨ। ਮਨ ਗਿਨ ਹੈ ਨਾ ਗਿਣਤੀ ਕੁਛ ਵਿਪਰੀਤ, ਮਨ ਵਿੱਚ ਵੀ ਕੋਈ ਫੁਰਨਾ ਨਹੀਂ ਕਰਦੇ। ਸੇਵਾ ਕਰਦਿਆਂ ਨਾ ਤਾਂ ਕੁਝ ਬੋਲਦੇ ਨੇ, ਨਾ ਕਿਸੇ ਦੀਆਂ ਗੱਲਾਂ ਸੁਣਦੇ ਨੇ ਵੀ ਕੌਣ ਕੀ ਪਿਆ ਕਹਿੰਦਾ, ਕੌਣ ਕੀ ਪਿਆ ਆਖਦਾ, ਔਰ ਆਪਣੇ ਮਨ ਵਿੱਚ ਵੀ ਕਿਸੇ ਪ੍ਰਕਾਰ ਦੀ ਗਿਣਤੀ ਨਹੀਂ ਗਿਣਦੇ। ਸਤਿਗੁਰੂ ਕੋਈ ਫੁਰਨਾ ਕਫੁਰਨਾ ਸੰਕਲਪ ਵਿਕਲਪ ਨਹੀਂ ਕਰਦੇ, ਔਰ ਕਦੇ ਕੋਈ ਵਿਪਰੀਤ ਭਾਵ ਹਿਰਦੇ ਵਿੱਚ ਨਹੀਂ ਆਉਂਦਾ। ਤਨ ਮਨ ਅਰਪਿਓ ਚਰਨ ਗੁਰੂ ਕੇ, ਆਪਣਾ ਮਨ ਤੇ ਤਨ ਗੁਰੂ ਸਾਹਿਬ ਦੇ ਚਰਨਾਂ 'ਚ ਅਰਪਣ ਕਰ ਦਿੱਤਾ। ਮਨ ਤਨ ਆਗੈ ਰਾਖ ਕੈ ਊਪੀ ਸੇਵ ਕਰੇ। ਆਪਣਾ ਮਨ ਤੇ ਤਨ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਣ ਕੀਤਾ ਹੋਇਆ ਹੈ। ਇਸੀ ਖਿਆਲ ਮਹਿ ਪਰਮ ਅਤੀਤ, ਇਸੇ ਪਰਮ ਖਿਆਲ ਦੇ ਵਿੱਚ ਪੂਰਨ ਅਤੀਤ, ਜਿਵੇਂ ਕੋਈ ਮਹਾਂਪੁਰਸ਼ ਹੁੰਦਾ ਨਾ, ਅਤੀਤ ਦਾ ਮਤਲਬ ਹੁੰਦਾ ਹੈ ਜਿਹੜਾ ਬਿਲਕੁਲ ਵੈਰਾਗਵਾਨ ਹੋਵੇ, ਜਿਹਦੇ ਅੰਦਰ ਕੋਈ ਖਾਹਿਸ਼ ਕੋਈ ਇੱਛਾ ਨਾ ਹੋਵੇ, ਉਹਨੂੰ ਅਤੀਤ ਕਹਿੰਦੇ ਨੇ। ਐਸੇ ਪੂਰਨ ਅਤੀਤ ਅਵਸਥਾ ਵਿੱਚ ਸਤਿਗੁਰੂ ਜੀ ਟਿਕ ਕੇ ਸੇਵਾ ਕਰਦੇ ਹਨ। ਪੁਨ ਸੰਮਤ ਦੂਸਰ ਭਾ ਪੂਰਨ, ਸੇਵਾ ਕਰਦਿਆਂ ਕਰਦਿਆਂ ਦੂਸਰਾ ਸਾਲ ਬੀਤ ਗਿਆ। ਸ਼੍ਰੀ ਗੁਰ ਦੂਜੋ ਦੀਨ ਰੁਮਾਲ, ਜਦੋਂ ਦੂਜਾ ਸਾਲ ਬੀਤਿਆ ਤਾਂ ਇੱਕ ਸਿਰੇ ਪਾਓ ਦੂਜੇ ਸਾਲ ਫੇਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਬਖਸ਼ਿਸ਼ ਜਾਨੀ ਸੁਆਮੀ ਕਰ ਕੀ, ਆਪਣੇ ਸੁਆਮੀ ਦੇ ਪਾਵਨ ਹੱਥਾਂ ਦੀ ਬਖਸ਼ਿਸ਼ ਜਾਣ ਕੇ ਵੀ ਇਹ ਮੇਰੇ ਸੁਆਮੀ ਗੁਰੂ ਅੰਗਦ ਸਾਹਿਬ ਜੀ ਦੇ ਹੱਥਾਂ ਦੀ ਬਖਸ਼ਿਸ਼ ਹੈ, ਇਹ ਜਾਣ ਕੇ ਸਿਰ ਪਰ ਬਾਂਧ ਲੀਨ ਤਤਕਾਲ, ਉਹ ਦੂਸਰਾ ਸਿਰੇ ਪਾਉ ਵੀ ਮਹਾਰਾਜ ਜੀ ਨੇ ਆਪਣੇ ਸੀਸ ਤੇ ਤਾਤਕਾਲ ਉਸੇ ਵਕਤ ਹੀ ਆਪਣੇ ਸੀਸ ਤੇ ਬੰਨ ਲਿਆ। ਦ੍ਰਿੜ ਕਰ ਦਾਮ ਜੇ ਉਤਰਹਿ ਨਾਹਿਨ, ਉੱਤੋਂ ਰੱਸੀ ਨਾਲ ਕੱਸ ਲਿਆ ਵੀ ਇਹ ਮਹਾਰਾਜ ਜੀ ਦਾ ਸਿਰੇ ਪਾਉ ਸੀਸ ਤੋਂ ਲੱਥੇ ਨਾ, ਉਤਰੇ ਨਾ ਅਦਬ ਵਜੋਂ। ਸਿਥਲ ਹੋਏ ਪੁਨ ਲੇਹ ਸੰਭਾਲ, ਜੇ ਕਿਤੇ ਉਹ ਸਿਰੇ ਪਾਉ ਢਿੱਲਾ ਹੁੰਦਾ ਸੀਸ ਤੇ
ਉਹਨੂੰ ਦੁਬਾਰਾ ਮਹਾਰਾਜ ਜੀ ਕੱਸ ਕੇ ਬੰਨ੍ਹ ਲੈਂਦੇ ਹਨ। ਕਬਹੁ ਨਹੀਂ ਉਤਾਰ ਨਿਹਾਰੀ। ਪਾਤਸ਼ਾਹ ਜੀ ਮਹਾਰਾਜ ਉਸ ਸਿਰੇ ਪਾਉ ਨੂੰ ਲਾਹ ਕੇ ਥੱਲੇ ਨਹੀਂ ਰੱਖਦੇ, ਜ਼ਮੀਨ ਤੇ ਪੁੰਜਿਆ ਨਹੀਂ ਰੱਖਦੇ ਵੀ ਮੇਰੇ ਸਵਾਮੀ ਨੇ ਬਖਸ਼ਿਆ। ਹਰ ਵੇਲੇ ਆਪਣੇ ਸੀਸ ਤੇ ਸਜਾ ਕੇ ਰੱਖਦੇ ਐ। ਇਹ ਸਿਰੇ ਪਾਉ ਦਾ ਅਦਬ ਕਰਦੇ ਹਨ। ਭੀਜੈ ਕਈ ਬਾਰ ਜਲ ਨਾਲ। ਸੀਸ ਦੇ ਉੱਤੇ ਗਾਗਰ ਢੋਣੀ ਹਰ ਵੇਲੇ ਜਲ ਦੀ ਸੱਚੀ ਸਰਕਾਰ ਨੇ, ਤੇ ਜਲ ਢੋਂਦਿਆਂ ਢੋਂਦਿਆਂ ਕਈ ਵਾਰੀ ਉਹ ਜਲ ਉਸ ਦਸਤਾਰੇ ਦੇ ਵਿੱਚ, ਸਿਰੇ ਪਾਉ ਦੇ ਵਿੱਚ ਵੀ ਜਲ ਪੈ ਜਾਂਦਾ ਤੇ ਭਿੱਜ ਜਾਂਦਾ। ਬੈਸ ਘਟਤ ਨਿਤ ਪ੍ਰੇਮ ਬਦਤ ਚਿਤ। ਕਹਿੰਦੇ ਉਮਰ ਵੱਧ ਰਹੀ ਹੈ, ਜਾਂ ਏਦਾਂ ਕਹਿ ਲੋ ਵੀ ਸਰੀਰ ਦੀ ਉਮਰ ਤਾਂ ਘਟ ਹੀ ਰਹੀ ਹੈ, ਪਰ ਹਿਰਦੇ ਦਾ ਜਿਹੜਾ ਪ੍ਰੇਮ ਹੈ ਉਹ ਸਤਿਗੁਰੂ ਜੀ ਦੇ ਅੰਦਰ ਵੱਧਦਾ ਜਾ ਰਿਹਾ ਹੈ। ਤਿਉ ਤਿਉ ਸੇਵਾ ਕਰਹਿ ਕਿਰਪਾਲ। ਜਿਵੇਂ ਜਿਵੇਂ ਬੁਢੇਪਾ ਵੱਧ ਰਿਹਾ ਤਿਵੇਂ ਤਿਵੇਂ ਹੋਰ ਚਾਅ ਨਾਲ ਸੇਵਾ ਕਰੀ ਜਾਂਦੀ। ਹਾਲਾਂਕਿ 84 ਵਰਿਆਂ ਦੇ ਨੇੜੇ ਤੇੜੇ ਇੱਥੇ ਮਹਾਰਾਜ ਜੀ ਦੀ ਉਮਰ ਹੋਣ ਵਾਲੀ ਹੈ। 72 ਸਾਲ ਦੀ ਉਮਰ 'ਚ ਗੁਰੂ ਸ਼ਰਨ ਆਏ ਨੇ। 2 ਸਾਲ ਬੀਤ ਗਏ ਨੇ, ਏਦਾਂ ਕਹਿ ਸਕਦੇ ਹਾਂ 74-75 ਸਾਲ ਦੀ ਉਮਰ ਹੈ। ਜਿਵੇਂ ਜਿਵੇਂ ਉਮਰ ਬੀਤ ਰਹੀ ਆ ਚਾਅ ਹੋਰ ਵੱਧਦਾ ਜਾ ਰਿਹਾ ਸੇਵਾ ਦਾ, ਹੋਰ ਜ਼ਿਆਦਾ ਦੁੱਗਣੇ ਚਾਅ ਨਾਲ ਸੇਵਾ ਕਰਦੇ ਹਨ। ਨਰ ਉਪਹਾਸ ਜੇਠਾਨਹਿ ਮੂਰਖ। ਕਈ ਮੂਰਖ ਲੋਕ ਹਨ ਐਸੇ ਜਿਹੜੇ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੇਖ ਕੇ ਉਪਹਾਸ ਕਰਦੇ ਆ। ਉਪਹਾਸ ਦਾ ਮਤਲਬ ਵੀ ਮਜ਼ਾਕ ਉਡਾਉਂਦੇ ਆ, ਮਖੌਲ ਕਰਦੇ ਹਨ। ਨਹਿ ਮਾਨਹਿ ਕਰ ਮੌਨ ਬਿਸਾਲ। ਸਤਿਗੁਰੂ ਜੀ ਕਿਸੇ ਦੇ ਕੀਤੇ ਮਖੌਲ ਨੂੰ ਜਾਂ ਕਿਸੇ ਵੱਲੋਂ ਕੀਤੀ ਮਸ਼ਕਰੀ ਨੂੰ ਆਪਣੇ ਹਿਰਦੇ 'ਚ ਲਿਆਉਂਦੇ ਹੀ ਨਹੀਂ। ਪਾਤਸ਼ਾਹ ਆਪਣੀ ਮਸਤੀ ਦੇ ਰੰਗ ਵਿੱਚ ਰੰਗੇ ਸੇਵਾ ਨੂੰ ਹੀ ਮੁੱਖ ਰੱਖਦੇ ਆ। ਹਾਥੀ ਆਪਣੀ ਚਾਲ ਚੱਲਦੇ ਨੇ, ਕੁੱਤਿਆਂ ਦੇ ਭੌਂਕਣ ਨਾਲ ਹਾਥੀ ਆਪਣੀ ਚਾਲ ਤਬਦੀਲ ਨਹੀਂ ਕਰਦੇ। ਸਤਿਪੁਰਸ਼ ਮਹਾਪੁਰਸ਼ਾਂ ਦੀ ਕੋਈ ਮਖੌਲ ਦੇ ਨਾਲ ਖਿੱਲੀ ਵੀ ਉਡਾਵੇ, ਉਹਨਾਂ ਦੀ ਪਰਵਾਹ ਨਹੀਂ ਕਰਦੇ। ਤੋ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਤਿਨਾਂ ਦਾ ਉਪਹਾਸ ਕਰਨ ਵਾਲੇ ਵੀ ਲੋਕ ਹਨ ਉੱਥੇ ਖਡੂਰ ਸਾਹਿਬ, ਪਰ ਮਹਾਰਾਜ ਜੀ ਉਹਨਾਂ ਵੱਲੋਂ ਕੀਤੇ ਕਿਸੇ ਉਪਹਾਸ ਨੂੰ ਆਪਣੇ ਚਿੱਤ ਵਿੱਚ ਨਹੀਂ ਲਿਆਉਂਦੇ। ਭਾਉ ਭਗਤ ਮਹਿ ਜਾਗਹਿ ਨਿਤ ਪ੍ਰਤ। ਨਿਤਾ ਪ੍ਰਤੀ ਪ੍ਰੇਮਾ ਭਗਤੀ ਵਿੱਚ ਸਤਿਗੁਰੂ ਹੋਰ ਸਾਵਧਾਨ ਹੁੰਦੇ, ਹੋਰ ਜ਼ਿਆਦਾ ਜਾਗਰਤ ਹੁੰਦੇ। ਸੋਇਓ ਜੇ ਜਗ ਕੇ ਜੰਜਾਲ। ਜਿਹੜੇ ਸੰਸਾਰ ਦੇ ਜੰਜਾਲ ਨੇ ਉਹ ਸੌ ਹੀ ਗਏ ਨੇ ਮਹਾਰਾਜ ਜੀ ਦੇ ਹਿਰਦੇ 'ਚ, ਕੇਵਲ ਪ੍ਰੇਮਾ ਭਗਤੀ ਜਾਗ ਰਹੀ ਹੈ। ਵਸਤਰ ਫਟਤ ਤਨ ਦੁਰਬਲ ਹੋਇਓ। ਸਰੀਰ ਤੇ ਪਹਿਨੇ ਵਸਤਰ ਮਹਾਰਾਜ ਜੀ ਦੇ ਜੀਰਣ ਹੋ ਗਏ ਨੇ ਔਰ ਤਨ ਬਿਰਧ ਹੋ ਰਿਹਾ ਹੈ। ਗੁਰ ਅਨੁਰਾਗ ਧਰੇ ਰੰਗ ਲਾਲ। ਪਰ ਸਤਿਗੁਰਾਂ ਦੇ ਚਰਨਾਂ ਦਾ ਪ੍ਰੇਮ ਮਹਾਰਾਜ ਜੀ ਦੇ ਚਿਹਰੇ ਨੂੰ ਲਾਲ ਸੁਰਖ ਕਰੀ ਰੱਖਦਾ ਹੈ। ਚਾਹੇ ਸਰੀਰ ਬਿਰਧ ਹੋ ਰਿਹਾ ਹੈ, ਸਰੀਰ ਤੇ ਪਹਿਨੇ ਵਸਤਰ ਉਹ ਵੀ ਜੀਰਣ ਹੋ ਰਹੇ ਨੇ, ਪਰ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਚਰਨਾਂ ਦਾ ਪ੍ਰੇਮ ਉਹ ਮਹਾਰਾਜ ਜੀ ਦੇ ਮੁਖ ਮੰਡਲ ਨੂੰ ਲਾਲ ਕਰ ਰਿਹਾ ਹੈ। ਤ੍ਰਿਤੀ ਬਰਖ ਮਹਿ ਸ੍ਰੀ ਗੁਰ ਅੰਗਦ। ਤੀਜਾ ਸਾਲ ਵੀ ਬੀਤ ਗਿਆ। ਤੀਜਾ ਸਾਲ ਜਦੋਂ ਬੀਤਿਆ ਤਾਂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਤ੍ਰਿਤੀ 1.5 ਗਜ ਦੀਨੋ ਚੀਰ। 1.5 ਗਜ ਦਾ ਇੱਕ ਹੋਰ ਸਿਰੇ ਪਾਉ ਤੀਜੇ ਸਾਲ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਨਹਿ ਬੋਲੇ ਤੇ ਸੰਗ ਕਬ ਹੈ ਕਛ। ਮਹਾਰਾਜ ਜੀ ਕਦੇ ਬੁਲਾ ਕੇ ਪੁੱਛਦੇ ਨਹੀਂ, ਕੋਈ ਗੱਲਬਾਤ ਨਹੀਂ ਕਰਦੇ ਗੁਰੂ ਅਮਰਦਾਸ ਜੀ ਨਾਲ। ਬਸ ਸਾਲ ਬਾਅਦ ਬੁਲਾਉਂਦੇ, ਸਿਰੇ ਪਾਉ ਦਿੰਦੇ ਤੇ ਵਿਦਾ ਕਰ ਦਿੰਦੇ। ਸਾਰਾ ਸਾਲ ਮਹਾਰਾਜ ਜੀ ਕੋਈ ਗੱਲਬਾਤ ਨਹੀਂ ਕਰਦੇ। ਬੈਠੇ ਹੈ ਦੂਰ ਕੇ ਹੋਵੇ ਹੈ ਤੀਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਵੇਂ ਕੋਲ ਬੈਠੇ ਹੋਣ ਤੇ ਚਾਹੇ ਕੋਲੋਂ ਥੋੜਾ ਜਿਹਾ ਦੂਰੀ ਤੇ ਹੋਣ, ਮਹਾਰਾਜ ਜੀ ਕੋਈ ਬਚਨ ਨਹੀਂ ਕਰਦੇ। ਹਾਥ ਚਰਨ ਜੁਗ ਭਏ ਬਿਬਰਨੇ। ਹੱਥ ਪਾਤਸ਼ਾਹ ਦੇ ਔਰ ਚਰਨ ਉਹ ਹਰ ਵੇਲੇ ਸੇਵਾ ਟਹਿਲ 'ਚ ਲੱਗਣੇ ਕਰਕੇ ਉਹਨਾਂ ਦਾ ਰੰਗ ਬਦਲ ਗਿਆ। ਹਾਂਜੀ, ਫਟੇ ਮਾਸ ਲਾਗੇ ਜਲ ਸੀਰ। ਹਰ ਵੇਲੇ ਪਾਣੀ ਵਿੱਚ ਹੀ ਹੱਥ ਭਿੱਜੇ ਰਹਿੰਦੇ ਤੇ ਹੱਥ ਜਿਹੜੇ ਨੇ ਉਹ ਫਟ ਗਏ ਨੇ। ਚਰਨਾਂ ਵਿੱਚ ਸਤਿਗੁਰਾਂ ਦੇ ਅੱਡੀਆਂ 'ਚ ਵਿਆਈਆਂ ਪੈ ਗਈਆਂ ਹਨ। ਤਉ ਨ ਮਨ ਮਹਿ ਫੁਰੈ ਔਰ ਵਿਧ। ਸਰੀਰ ਨੂੰ ਨਾਨਕੇ ਉਹ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ। ਇਹਦੇ ਮਹਾਂਪੁਰਸ਼ ਸ਼ਰਤ ਕਰਦੇ ਵੀ ਇਸ ਤਨ ਨੂੰ ਸਾੜ ਦੇ ਜਿਸ ਸੜਨ ਜੋਗੇ ਨੇ ਰੱਬ ਦੇ ਨਾਮ ਨੂੰ ਵਿਸਾਰਿਆ ਹੋਇਆ।
ਇਹ ਉਸ ਬੰਦਗੀ ਦੇ ਸਿਖਰ ਵਿੱਚ ਸਤਿਗੁਰੂ ਜੀ ਵਿਚਰ ਰਹੇ। ਗਰੀਬ ਨਵਾਜ ਪਾਤਸ਼ਾਹ ਸਰੀਰ ਦੀ ਕੋਈ ਕਿਉਂਕਿ ਸਰੀਰ ਦੇ ਮੰਡਲ ਵਿੱਚ ਹੈ ਨਹੀਂ, ਪਾਤਸ਼ਾਹ ਰਾਤ ਦਿਨ ਸੇਵਾ ਨੂੰ ਆਪਣੀ ਬੰਦਗੀ ਬਣਾ ਕੇ ਉਸ ਬੰਦਗੀ ਵਿੱਚ ਤਤਪਰ ਹਨ। ਚਰਨਾਂ 'ਚ ਵਿਆਈਆਂ ਪੈ ਗਈਆਂ, ਹੱਥ ਫਟ ਗਏ ਨੇ, ਪਰ ਸਰੀਰ ਦੀ ਪਾਤਸ਼ਾਹ ਕੋਈ ਪਰਵਾਹ ਨਹੀਂ ਕਰਦੇ। ਇੱਕ ਸੇਵਾ ਕੇ ਤਤਪਰ ਧੀਰ, ਬਸ ਮਹਾਨ ਧੀਰਜ ਨੂੰ ਧਾਰਨ ਕਰਕੇ ਇੱਕ ਸਤਿਗੁਰਾਂ ਦੀ ਸੇਵਾ ਵਿੱਚ ਹੀ ਰਾਤ ਦਿਨ ਤਤਪਰ ਇੱਕ ਰਸ ਸੇਵਾ 'ਚ ਹੀ ਲੱਗੇ ਰਹਿੰਦੇ ਹਨ। ਜਾਮ ਜਾਮਨੀ ਜਾਗਹਿ ਆਨ ਹੈ, ਜਾਮ ਜਾਮਨੀ ਪਹਿਰ ਰਾਤ ਰਹਿੰਦੇ ਆ ਪਾਤਸ਼ਾਹ ਅੰਮ੍ਰਿਤ ਵੇਲੇ ਉੱਠਦੇ ਐ ਔਰ ਗਾਗਰ ਜਲ ਦੀ ਭਰ ਕੇ ਲੈ ਆਉਂਦੇ ਨੇ। ਜਲ ਕੋ ਕਲਸ਼ ਕਰਾਏ ਇਸ਼ਨਾਨ, ਕਹਿੰਦੇ ਪਹਿਲਾਂ ਜਿਹੜਾ ਕਲਸ਼ ਭਰ ਕੇ ਲਿਆਉਣਾ ਹੁੰਦਾ ਉਹਨੂੰ ਇਸ਼ਨਾਨ ਕਰਾਉਂਦੇ, ਉਹ ਘੜਾ ਗਾਗਰ ਮਹਾਰਾਜ ਜੀ ਧੋ ਲੈਂਦੇ ਚੰਗੀ ਤਰ੍ਹਾਂ। ਚਰਨ ਪਖਾਰਹਿ ਬਸਤਰ ਪਖਾਰਹਿ, ਫਿਰ ਪਾਤਸ਼ਾਹ ਆਪਣੇ ਚਰਨ ਧੋਂਦੇ ਤੇ ਆਪਣੇ ਬਸਤਰ ਪਖਾਰਦੇ। ਪੁਨ ਪਰਮੇਸ਼ਵਰ ਸਿਮਰਨ ਠਾਨ, ਔਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਸਿਮਰਨ ਕਰਦੇ। ਬਹੁਤ ਦੇਗ ਹਿਤ ਨੀਰ ਘਟਾ ਭਰ, ਔਰ ਜਲ ਲੰਗਰ ਵਾਸਤੇ, ਗੁਰੂ ਕੀਆਂ ਦੇਗਾਂ ਵਾਸਤੇ, ਲੰਗਰਾਂ ਵਾਸਤੇ ਪਾਣੀ ਦੇ ਘੜੇ ਭਰ ਭਰ ਲਿਆਉਂਦੇ ਨੇ। ਚਹੀਐ ਜੇ ਤਿਕ ਤੇ ਤਿਕ ਦੇ ਆਨ, ਜਿੰਨਾ ਜਲ ਚਾਹੀਦਾ ਹੁੰਦਾ ਹੈ ਓਨਾ ਹੀ ਜਲ ਸਤਿਗੁਰੂ ਸੱਚੇ ਪਾਤਸ਼ਾਹ ਲੈ ਕੇ ਆਉਂਦੇ ਹਨ। ਸਮਧਾ ਅੰਨ ਹੈ ਜਾਰਨ ਠਾਨ ਹੈ, ਜਦੋਂ ਜਲ ਦੀ ਸੇਵਾ ਵੇਖਦੇ ਵੀ ਸੰਪੰਨ ਹੋ ਗਈ ਹੈ, ਫਿਰ ਵੇਖਦੇ ਗੁਰੂ ਕੇ ਲੰਗਰਾਂ 'ਚ ਲੱਕੜੀਆਂ ਚਾਹੀਦੀਆਂ ਨੇ, ਫਿਰ ਲੱਕੜੀਆਂ ਇਕੱਠੀਆਂ ਕਰਕੇ ਲੱਕੜਾਂ ਦਾ ਭਾਰ ਬੰਨ੍ਹ ਕੇ ਲਿਆਉਂਦੇ ਹਨ। ਪੁਨ ਪੰਕਤ ਜੁਤ ਕਰਹੀ ਖਾਨ, ਔਰ ਪਾਤਸ਼ਾਹ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਹਨ। ਪਾਤਰ ਸੁਧਾਰ ਹੈ ਸਤਿਗੁਰ ਕੇ ਸਭ, ਮਹਾਰਾਜ ਜੀ ਦੇ ਬਰਤਨ ਧੋਣ ਦੀ ਸੇਵਾ ਉਹ ਵੀ ਗੁਰੂ ਅਮਰਦਾਸ ਸਾਹਿਬ ਜੀ ਕਰਦੇ। ਸੰਗਤਾਂ ਦੇ ਜਿਹੜੇ ਬਰਤਨ ਨੇ ਉਹਨਾਂ ਦੇ ਧੋਣ ਦੀ ਸੇਵਾ ਕਰਦੇ। ਗਰਮੀ ਬਿਖੈ ਸੁਹਾਂਕ ਹੈ ਪੌਣ, ਜਦੋਂ ਗਰਮੀ ਹੁੰਦੀ ਤੇ ਹੱਥ 'ਚ ਪੱਖਾ ਲੈ ਕੇ ਸਾਹਿਬ ਨੂੰ ਪੱਖਾ ਝੱਲਦੇ, ਸੰਗਤ ਨੂੰ ਪੱਖਾ ਝੱਲਦੇ, ਸਤਿਗੁਰੂ ਜੀ ਨੂੰ ਪੱਖਾ ਝੱਲਣ ਦੀ ਸੇਵਾ ਕਰਦੇ ਹਨ। ਜਬ ਜਲ ਪਾਨ ਕਰਹਿ ਲੈ ਆਵਹਿ, ਜਦੋਂ ਸਤਿਗੁਰੂ ਜੀ ਨੇ ਜਲ ਛਕਣਾ ਹੁੰਦਾ, ਜਾਣਦੇ ਵੀ ਇਸ ਵੇਲੇ ਸਤਿਗੁਰਾਂ ਨੂੰ ਜਲ ਦੀ ਲੋੜ, ਤੇ ਜਾ ਕੇ ਭੱਜ ਕੇ ਛੰਨਾ ਭਰ ਕੇ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ ਵਾਸਤੇ ਜਲ ਲੈ ਕੇ ਆਉਂਦੇ। ਹਾਂਜੀ, ਸੇਜ ਸੁਧਾਰ ਹੈ ਹਿਤ ਗੁਰ ਸੋਨ, ਤੇ ਜਦੋਂ ਪਾਤਸ਼ਾਹ ਨੇ ਬਿਰਾਜਣਾ ਹੋਣਾ ਤੇ ਬਿਰਾਜਣ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਦੇ ਮਹਾਰਾਜ ਜੀ ਦਾ ਬਿਸਤਰਾ ਜਿਹੜਾ ਉਹਨੂੰ ਚੰਗੀ ਤਰ੍ਹਾਂ ਵਿਛਾਈ ਕਰਨੀ, ਉਹਨੂੰ ਚੰਗੀ ਤਰ੍ਹਾਂ ਸੁਧਾਰ ਕੇ ਵੀ ਬਿਸਤਰੇ ਵਿੱਚ ਕੋਈ ਵੱਟ ਨਾ ਪਵੇ ਚਾਦਰੇ ਦੇ ਵਿੱਚ। ਇਸੇ ਤਰ੍ਹਾਂ ਜਦੋਂ ਮਹਾਰਾਜ ਜੀ ਦਾ ਸੁਖਾਸਨ ਕਰਦੇ ਆ ਸਿੰਘ ਗ੍ਰੰਥੀ ਸਿੰਘ ਮਹਾਰਾਜ ਜੀ ਦੇ ਚਿੱਟੇ ਰੁਮਾਲੇ ਵਿੱਚ, ਤਾਂ ਉਹ ਯਤਨ ਕਰਦੇ ਵੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੱਟ ਜਾਂ ਵਲ ਨਾ ਰਵੇ। ਤੋ ਜਿੱਥੇ ਪਾਤਸ਼ਾਹ ਦਾ ਸੁਖਾਸਨ ਹੁੰਦਾ ਪਲਗੇ ਤੇ ਉਹ ਵੀ ਚਾਦਰਾ ਬਿਲਕੁਲ ਸਾਫ਼ ਸੁਥਰਾ ਹੋਵੇ ਔਰ ਉਹਦੇ 'ਚ ਕੋਈ ਵੱਟ ਨਾ ਹੋਵੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਹੱਥੀਂ ਗੁਰੂ ਅੰਗਦ ਸਾਹਿਬ ਜੀ ਦੀ ਸੇਜਾ ਵਿਛਾਉਂਦੇ ਐ। ਮਹਾਰਾਜ ਜੀ ਦੇ ਬਿਰਾਜਣ ਤੋਂ ਪਹਿਲਾਂ ਚਰਨ ਅੰਗੂਠੇ ਮਹਿ ਪ੍ਰਣ ਬਾਪਾ ਕੋ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਦੇ ਅੰਗੂਠੇ ਵਿੱਚ ਇੱਕ ਜ਼ਖਮ ਹੈ। ਨਿਜ ਆਨਨ ਮੈਂ ਰਾਖੈ ਤੌਣ, ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਮੁਖ ਮੰਡਲ ਵਿੱਚ, ਕਿਉਂਕਿ ਸਰਦੀਆਂ ਦੇ ਦਿਨਾਂ 'ਚ ਜਦੋਂ ਉਹਨੂੰ ਦਰਦ ਹੁੰਦੀ ਤਾਂ ਆਪਣੇ ਮੁਖ ਵਿੱਚ ਲੈ ਲੈਂਦੇ ਵੀ ਮੁਖ ਦੀ ਗਰਮੀ ਦੇ ਨਾਲ ਉਹ ਚਰਨ ਦੇ ਅੰਗੂਠੇ ਨੂੰ ਦਰਦ ਨਾ ਹੋਵੇ। ਮੁਖ ਕੇ ਗਰਮ ਸਵਾਸ ਤੇ ਦੁਖ ਨ ਹੈ, ਮੁਖ ਦੇ ਗਰਮ ਸਵਾਸ ਨਾਲ ਉਹ ਦੁਖੀ ਨਹੀਂ ਹੁੰਦਾ, ਭਾਵ ਨੂੰ ਦਰਦ ਨਹੀਂ ਹੁੰਦੀ। ਜਾਂ ਤੇ ਤਰਹਿ ਬੈਠ ਰਹਿ ਭੌਣ, ਔਰ ਉਸੇ ਤਰ੍ਹਾਂ ਬੈਠੇ ਰਹਿੰਦੇ ਪਾਤਸ਼ਾਹ ਜੀ। ਜਬ ਮੁਖ ਰੁਦਰ ਰਾਂਦ ਕਿਛ ਆਵਹਿ, ਜਦੋਂ ਮੁਖ ਦੇ ਵਿੱਚ ਉਸ ਜ਼ਖਮ ਦਾ ਕੁਝ ਹਿੱਸਾ ਆ ਜਾਂਦਾ, ਤਿਸ ਕੋ ਥੂਕ ਦੇਹ ਧਰ ਡਾਰ, ਉਹਨੂੰ ਜਾ ਕੇ ਮਹਾਰਾਜ ਜੀ ਬਾਹਰ ਥੁੱਕ ਦਿੰਦੇ, ਤਿਆਗ ਦਿੰਦੇ। ਸੁਖ ਸੋ ਸੈਨ ਕਰਹਿ ਗੁਰ ਪੂਰੇ, ਔਰ ਸਤਿਗੁਰੂ ਜੀ ਦੀ ਅੱਖ ਲੱਗ ਜਾਣੀ, ਗੁਰੂ ਅੰਗਦ ਸਾਹਿਬ ਜੀ ਨੇ ਬਿਰਾਜ ਜਾਣਾ। ਨਹਿ ਦੁਖ ਹੋਏ ਇਮਰਿ ਦੇ ਵਿਚਾਰ, ਏਦਾਂ ਆਪਣੇ ਮਨ 'ਚ ਵਿਚਾਰ ਕਰਦੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ। ਇਤਿਆਦਿਕ ਜਬ ਸੇਵ ਉਠਾਈ, ਏਦਾਂ ਇਹ ਸਾਰੀ ਸੇਵਾ ਜਦੋਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਰਦੇ ਹਨ, ਸੰਮਤ ਬੀਤ ਗਏ ਤਬ ਚਾਰ, ਕਹਿੰਦੇ 4 ਸਾਲ ਬੀਤ ਗਏ ਸੇਵਾ ਕਰਦਿਆਂ।
ਚੌਥੋ ਦਿਓ ਰੁਮਾਲ ਬਹੋਰ ਤਬ ਫਿਰ ਚੌਥਾ ਸਿਰੇ ਪਾਓ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਸੋ ਭੀ ਲੀਨੋ ਸਿਰ ਪਰ ਧਾਰ ਉਹ ਚੌਥਾ ਰੁਮਾਲ ਸਿਰੇ ਪਾਓ ਵੀ ਮਹਾਰਾਜ ਜੀ ਨੇ ਆਪਣੇ ਸੀਸ ਤੇ, ਤਿੰਨ ਪਹਿਲਾਂ ਵੀ ਲਪੇਟੇ ਨੇ, ਉਹਨਾਂ ਉੱਤੇ ਚੌਥੇ ਸਾਲ ਵਾਲਾ ਮਿਲਿਆ ਸਿਰੇ ਪਾਓ ਵੀ ਲਪੇਟ ਲਿਆ। ਸ਼੍ਰੀ ਅੰਗਦ ਜੀ ਜਾਗ ਪਿਖਿਓ ਤਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅੰਗੂਠੇ ਵਿੱਚ ਜਿਹੜਾ ਜ਼ਖਮ ਸੀ ਨਾ ਖਾਲਸਾ ਜੀ, ਉਹ ਜ਼ਖਮ ਇੱਕ ਵਾਰ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖਿਆ ਵੀ ਇਹ ਸਤਿਗੁਰਾਂ ਨੂੰ ਤੰਗ ਕਰਦਾ, ਸੇਵਾ ਕਰਦਿਆਂ ਸ਼ਕਤੀ ਆ ਗਈ ਤੇ ਉਹ ਜ਼ਖਮ ਠੀਕ ਕਰ ਦਿੱਤਾ ਗੁਰੂ ਅਮਰਦਾਸ ਜੀ। ਇਹ ਸਤਿਗੁਰਾਂ ਦੇ ਚਰਨ ਦੇ ਅੰਗੂਠੇ ਤੇ ਜ਼ਖਮ ਹੈ, ਇਹਦੇ ਪੀੜਾ ਮਹਾਰਾਜ ਜੀ ਨੂੰ ਵਿਆਪਦੀ ਹੈ। ਤੇ ਜਦੋਂ ਠੀਕ ਕਰ ਦਿੱਤਾ ਗੁਰੂ ਸਾਹਿਬ ਜੀ ਨੇਤਰ ਖੋਲ ਕੇ ਵੇਖਿਆ, ਮਹਾਰਾਜ ਜੀ ਕਹਿੰਦੇ ਪੁਰਖਾ ਕੀ ਕੀਤਾ, ਇਹ ਤਾਂ ਨਹੀਂ ਸੀ ਤੈਨੂੰ ਕਰਨਾ ਚਾਹੀਦਾ, ਇਹ ਤਾਂ ਅਸੀਂ ਆਪ ਰੱਖਿਆ ਆਪਣੇ ਚਰਨਾਂ ਤੇ, ਕਿਉਂਕਿ ਸਾਡੇ ਗੁਰਦੇਵ ਜੀ ਨੇ ਨਾ ਚਰਨਾਂ ਤੇ ਨਮਸਕਾਰ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਨੇ, ਤੇ ਅਸੀਂ ਆਖਿਆ ਸੀ ਵੀ ਇਹ ਜਿਨ੍ਹਾਂ ਚਰਨਾਂ ਤੇ ਨਮਸਕਾਰ ਕਰਦੇ ਆ, ਇਹ ਤਾਂ ਇਹਨਾਂ ਨੂੰ ਤਾਂ ਕੁਸ਼ਟ ਹੋ ਜਾਣਾ ਚਾਹੀਦਾ, ਤੇ ਪਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਵਰਜ ਦਿੱਤਾ ਸੀ। ਅੰਗ ਅੰਗ ਚ ਖਾਲਸਾ ਜੀ ਗੁਰਮੁਖਾਂ ਦੇ ਭਗਤੀ ਹੁੰਦੀ ਹੈ। ਜੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਾਖੀ ਅੱਗੇ ਆਉਣੀ ਹੈ, ਮਹਾਰਾਜ ਗੁਰੂ ਅੰਗਦ ਸਾਹਿਬ ਤੋਂ ਇੱਕ ਬਾਹ ਅੱਗੇ ਚਲੀ ਗਈ, ਸਾਰੀ ਜ਼ਿੰਦਗੀ ਉਸ ਬਾਹ ਤੋਂ ਕੰਮ ਨਹੀਂ ਲਿਆ ਮਹਾਰਾਜ ਜੀ। ਖਾਲਸਾ ਜੀ ਅੰਗ ਅੰਗ ਵਿੱਚ ਭਗਤੀ ਹੈ। ਹੁਣ ਤਾਂ ਮਹਾਰਾਜ ਜੀ ਦੀ ਪਾਲਕੀ ਮੋਢਿਆਂ ਤੇ ਚੁੱਕੀ ਹੁੰਦੀ ਤੇ ਸਭ ਨੂੰ ਯਤਨ ਹੁੰਦਾ ਵੀ ਮੈਂ ਮੂਹਰੇ ਹੋ ਕੇ ਜਾਵਾਂ ਅੱਗੇ, ਗੁਰੂ ਸਾਹਿਬ ਦੀ ਪਾਲਕੀ ਤੋਂ ਵੀ ਮੂਹਰੇ ਜਾਣ ਦੀ ਇੱਛਾ ਕਰਦੇ ਆ। ਸਾਡੇ ਅੰਦਰ ਕਿੱਥੇ ਉਹ ਭਗਤੀ ਭਾਵ ਰਹਿ ਗਿਆ ਵੀ ਜਿਹੜੀ ਮਹਾਰਾਜ ਜੀ ਦੀ ਪਾਲਕੀ ਆ ਉਹਨੂੰ ਵੀ ਮੂਹਰੇ ਹੋ ਕੇ ਵੀ ਮੈਂ ਅੱਗੇ ਹੋ ਕੇ ਜਾਵਾਂ, ਪਹਿਲਾਂ ਪਾਲਕੀ ਤੋਂ ਮੂਹਰੇ ਅੱਗੇ ਪਹੁੰਚਾਂ, ਇਹ ਨਹੀਂ ਹੋਣਾ ਚਾਹੀਦਾ। ਖੈਰ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਸੁਨ ਪੁਰਖਾ ਤੈ ਕਿਆ ਇਹੋ ਕੀਨਸ, ਕਹਿਣ ਲੱਗੇ ਪੁਰਖਾ ਆ ਤੈਂ ਕੀ ਕੀਤਾ, ਜਰਾ ਸ਼ਕਤ ਪੀ ਜਰੀ ਨਾ ਜਾਏ, ਕਿ ਤੁਹਾਡੇ 'ਚ ਸ਼ਕਤੀ ਆ ਗਈ ਹੈ ਤੇ ਤੁਹਾਡੇ ਕੋਲੋਂ ਜਰੀ ਨਹੀਂ ਗਈ, ਕਿਉਂਕਿ ਗੁਰੂ ਅੰਗਦ ਸਾਹਿਬ ਜਰ ਨੂੰ ਜਰ ਲੈਣ ਦੇ ਮਹਾਨ ਸਾਹਿਬ ਨੇ। ਕਹਿੰਦੇ ਗੁਰੂ ਅਮਰਦਾਸ ਜੀ ਨੂੰ ਕਿ ਤੁਹਾਡੇ 'ਚ ਜਰਾ ਸ਼ਕਤੀ ਆ ਗਈ ਹੈ ਤੇ ਤੁਹਾਡੇ ਕੋਲੋਂ ਇਹ ਸ਼ਕਤੀ ਜਰੀ ਨਹੀਂ ਗਈ। ਤੀਨ ਲੋਕ ਪਤ ਸ਼੍ਰੀ ਗੁਰੂ ਨਾਨਕ, ਤਿੰਨਾਂ ਲੋਕਾਂ ਦੇ ਸੁਆਮੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਨ ਕੋ ਤਿਨ ਸੀਸ ਨਿਵਾਏ, ਉਹਨਾਂ ਨੇ ਸਾਡੇ ਇਸ ਸਰੀਰ ਨੂੰ ਸੀਸ ਨਿਵਾਇਆ ਸੀ। ਉਚਿਤ ਕਸ਼ਟ ਕੇ ਹੈ ਇਹ ਸਦ ਹੀ, ਇਸ ਕਰਕੇ ਇਸ ਸਰੀਰ ਨੂੰ ਅਸੀਂ ਇਹ ਕਸ਼ਟ ਦਿੱਤਾ, ਕਿਉਂ ਇਹੋ ਦੀਨੋ ਰੋਗ ਗਵਾਏ, ਕਿ ਤੈਂ ਇਹ ਜਿਹੜਾ ਕਸ਼ਟ ਸੀ ਅੰਗੂਠੇ ਦੇ ਉੱਤੇ ਜਿਹੜਾ ਜ਼ਖਮ ਸੀ ਇਹ ਠੀਕ ਕਿਉਂ ਕੀਤਾ, ਅਸੀਂ ਜਾਣ ਬੁੱਝ ਕੇ ਕਸ਼ਟ ਇਹਨੂੰ ਦਿੱਤਾ ਹੋਇਆ ਹੈ। ਅਬ ਤੇ ਬਹੁਰ ਨ ਕਰਹੋ ਦਿਖਾਵਨ, ਪੁਰਖਾ ਅੱਜ ਤੋਂ ਬਾਅਦ ਕਦੇ ਇਹੋ ਜੀ ਕਰਾ ਇਹੋ ਜੀ ਸ਼ਕਤੀ ਨਹੀਂ ਵਿਖਾਉਣੀ, ਕਿਸੇ ਅਸਥਾਨ ਕਿਛੂ ਹੋਏ ਜਾਏ, ਕਿਸੇ ਸਥਾਨ ਤੇ ਕੁਝ ਹੋ ਜਾਏ ਆਪਣੀ ਸ਼ਕਤੀ ਆਪਣੀ ਕਰਾਮਾਤ ਨਹੀਂ ਵਿਖਾਣੀ, ਅਜਰ ਜਰਨ ਹੋਏ ਸੰਤਨ ਕੋ ਉਰ, ਕਿਉਂਕਿ ਮਹਾਂਪੁਰਸ਼ਾਂ ਸਾਧੂਆਂ ਦਾ ਹਿਰਦਾ ਅਜਰ ਨੂੰ ਜਰ ਲੈਣ ਦਾ ਹੁੰਦਾ ਹੈ। ਮਹਾ ਗੰਭੀਰ ਸੋ ਧੀਰ ਵਿਸਾਲ, ਤੁਸੀਂ ਮਹਾ ਗੰਭੀਰ ਤੇ ਧੀਰ ਸੁਭਾਅ ਨੂੰ ਧਾਰਨ ਕਰਨਾ ਜੋ ਇੱਕ ਸਾਧੂ ਦਾ ਹੁੰਦਾ ਹੈ। ਸਿਰ ਲੱਗ ਦੇਤ ਦੇਰ ਨਹਿ ਲਾਵ ਹੈ, ਕਹਿੰਦੇ ਕਰਾਮਾਤ ਨਹੀਂ ਵਿਖਾਉਣੀ ਭਾਵੇਂ ਸਿਰ ਦੇਣਾ ਪੈ ਜਾਵੇ। ਅਜ਼ਮਤ ਨਹਿ ਦਿਖਾਏ ਕਿਸ ਕਾਲ, ਜਿਹੜੇ ਸਾਧੂ ਹੁੰਦੇ ਆ ਨਾ ਉਹ ਕਿਸੇ ਦੇ ਕਹਿਣ ਤੇ ਅਜ਼ਮਤ ਨਹੀਂ ਵਿਖਾਉਂਦੇ, ਭਾਵੇਂ ਆਪਣਾ ਸੀਸ ਉਹਨਾਂ ਨੂੰ ਦੇਣਾ ਪੈ ਜਾਵੇ। ਐਸੇ ਕਰ ਹੈ ਬਦਤ ਨਿਤ ਜਾਵ ਹੈ, ਜਿਹੜੇ ਇਉਂ ਕਰਦੇ ਆ ਨਾ ਸਗੋਂ ਉਹਨਾਂ ਅੰਦਰ ਹੋਰ ਸ਼ਕਤੀ ਕਲਾ ਵੱਧਦੀ ਚਲੀ ਜਾਂਦੀ ਹੈ। ਕਿ ਸੂਜਨਾ ਵਹਿ ਰਹਿ ਹੈ ਨਾ ਪਾਲ, ਤੇ ਜਿਹੜੇ ਆਪਣੀ ਕੋਈ ਮਾੜੀ ਮੋਟੀ ਸ਼ਕਤੀ ਆਵੇ ਤੇ ਲੋਕਾਂ ਨੂੰ ਵਿਖਾਣ ਲੱਗ ਪੈਣ ਤੇ ਉਹ ਪੱਲੇ ਨਹੀਂ ਰਹਿੰਦੀ, ਸਮਾਪਤ ਹੋ ਜਾਂਦੀ ਹੈ। ਜਦੋਂ ਨਾ ਵਿਖਾਓਗੇ ਕਿਸੇ ਨੂੰ ਹੋਰ ਵੱਧਦੀ ਚਲੀ ਜਾਂਦੀ ਹੈ, ਤੇ ਜਦੋਂ ਵਿਖਾਣ ਲੱਗ ਪੋ ਤੁਹਾਨੂੰ ਕੋਈ, ਕਿਉਂਕਿ ਸਾਧਨਾ ਕਰਦਿਆਂ ਰਿੱਧੀਆਂ ਸੁੱਧੀਆਂ ਸੁੱਤੇ ਸਿੱਧ ਫੁਰਨ ਲੱਗ ਪੈਂਦੀਆਂ, ਕੋਈ ਬਚਨ ਕਰੋ ਪੂਰਾ ਹੋਣ ਲੱਗ ਪੈਂਦਾ, ਕਿਸੇ ਦੇ ਮਨ ਦਾ ਖਿਆਲ ਬੁੱਝਣਾ ਆ ਜਾਂਦਾ ਹੈ, ਜਿਵੇਂ ਵਿਖਾਣ ਲੱਗ ਪੋ ਤੇ ਉਹ ਸਮਾਪਤ ਹੋ ਜਾਂਦੀ। ਪਰ ਪਾਤਸ਼ਾਹ ਕਹਿੰਦੇ ਜੇ ਨਾ ਵਿਖਾਓ ਤੇ ਫਿਰ ਉਹ ਵੱਧਦੀਆਂ ਚਲੀਆਂ ਜਾਂਦੀਆਂ।
ਫਿਰ ਉਹ ਸਮੁੰਦਰ ਰੂਪ ਹੋ ਜਾਂਦੀਆਂ ਹਨ। ਹਾਂਜੀ, ਸੀਖ ਤਰੋ ਦ੍ਰਿੜ ਨਹਿਨ ਬਿਸਾਰੋ। ਇਹ ਸਿੱਖਿਆ ਤੁਸੀਂ ਆਪਣੇ ਪੱਲੇ ਬੰਨ ਲਓ, ਇਹਨੂੰ ਆਪਣੇ ਹਿਰਦੇ ਚੋਂ ਨਹੀਂ ਵਿਸਾਰਨਾ। ਸਦਾ ਸਮਾਰੋ ਪ੍ਰਭੂ ਕਿਰਪਾਲ। ਔਰ ਉਸ ਪ੍ਰਭੂ ਕਿਰਪਾਲ ਵਾਹਿਗੁਰੂ ਨੂੰ ਸਦਾ ਆਪਣੇ ਹਿਰਦੇ 'ਚ ਸੰਭਾਲਣਾ ਹੈ। ਸੁਨ ਸ਼੍ਰੀ ਅਮਰ ਜੋਰ ਕਰ ਠਾਂਡੇ। ਜਦੋਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਸੁਣੇ, ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਖਲੋ ਗਏ। ਸ਼ਿਮਹੁ ਗੁਰੂ ਮੈਂ ਮਨ ਮਤ ਕੀਨ। ਇਹ ਸਾਹਿਬ ਛਿਮਾ ਕਰ ਦਿਓ, ਮੈਂ ਮਨਮਾਤੀ ਕੀਤੀ, ਆਪਣੀ ਮਰਜ਼ੀ ਕੀਤੀ ਹੈ। ਨਹੀਂ ਰਜਾਏ ਆਪ ਕੀ ਬਰਤੀ। ਮੈਂ ਆਪ ਜੀ ਦੀ ਆਗਿਆ ਨਹੀਂ ਲਈ, ਆਪ ਜੀ ਦੀ ਆਗਿਆ ਨਹੀਂ ਉਹਦੇ ਵਿੱਚ ਨਹੀਂ ਚੱਲਿਆ। ਅਬ ਮੈਂ ਕਰਾਂ ਸੀਖ ਜ਼ਿਮਦੀਨ। ਮਹਾਰਾਜ ਹੁਣ ਇਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਆਪ ਜੀ ਨੇ ਸਿੱਖਿਆ ਦਿੱਤੀ ਹੈ। ਬਿਰਦ ਬੜੋ ਬਖਸ਼ਿੰਦ ਆਪ ਕੋ। ਮਹਾਰਾਜ ਜੀ ਤੁਹਾਡਾ ਵੱਡਾ ਬਿਰਦ ਹੈ, ਤੁਸੀਂ ਬਖਸ਼ੰਦ ਸਾਹਿਬ ਹੋ। ਮਹਾਰਾਜ ਕਿਰਪਾ ਕਰੋ, ਬਖਸ਼ ਲੋ, ਮੇਰੇ ਕੋਲੋਂ ਗਲਤੀ ਹੋਈ, ਖਿਮਾ ਕਰ ਦਿਓ। ਸਾਗਰ ਜਿਮ ਗੰਭੀਰ ਪ੍ਰਬੀਨ। ਪਾਤਸ਼ਾਹ ਸਾਗਰ ਵਾਂਗੂ ਆਪ ਜੀ ਡੂੰਘੇ ਹੋ, ਗੰਭੀਰ ਹੋ, ਅਹਿਲ ਹੋ, ਨਾ ਹਿੱਲਣ ਵਾਲੇ ਅਚਲ ਹੋ। ਧੀਰ ਤਰਾਸੀ ਧਰਤ ਸਦਾ ਤੁਮ। ਮਹਾਰਾਜ ਜੀ ਤੁਸੀਂ ਤਾਂ ਧਰਤੀ ਨੂੰ ਵੀ ਧੀਰਜ ਰੱਖਣਾ ਸਿਖਾਇਆ, ਵੀ ਧਰਤੀ ਇਉਂ ਧੀਰਜ ਰੱਖੀਦਾ। ਧਰਤੀ ਵਿੱਚ ਸਭ ਤੋਂ ਵੱਧ ਧੀਰਜ ਹੈ ਨਾ। ਆ ਸਭ ਗੰਦਿਆਂ ਮੰਦਿਆਂ ਨੂੰ, ਜਿਹੜੇ ਇਹਨੂੰ ਪੁੱਟਣ ਖੋਦਣ, ਸਭ ਨੂੰ ਚੱਕੀ ਫਿਰਦੀ ਹੈ ਨਾ। ਕਿੱਡਾ ਵੱਡਾ ਧੀਰਜ ਹੈ ਇਹਦੇ 'ਚ। ਪਰ ਸਤਿਗੁਰੂ ਤੁਸੀਂ ਇਸ ਧਰਤੀ ਨੂੰ ਧੀਰਜ ਰੱਖਣਾ ਸਿਖਾਇਆ, ਵੀ ਧਰਤੀ ਇਉਂ ਧੀਰਜ ਰੱਖੀਦਾ। ਏਡੇ ਵੱਡੇ ਧੀਰਜ ਦੇ ਮਾਲਕ ਹੋ। ਹਾਂਜੀ, ਹਮ ਕਿਆ ਜਾਣੈ ਹੈ ਜੀਵ ਮਲੀਨ। ਅਸੀਂ ਮਲੀਨ ਜੇ ਤੁਛ ਜੇ ਜੀਵ ਆ ਮਹਾਰਾਜ, ਅਸੀਂ ਕੀ ਜਾਣੀਏ ਤੁਹਾਡੀ ਵੱਡੀ ਮਹਿਮਾ ਨੂੰ। ਬਿਨਤ ਸੁਨਤ ਪ੍ਰਸੰਨ ਹੋਏ ਪ੍ਰਭ। ਜਦੋਂ ਗੁਰੂ ਅਮਰਦਾਸ ਸਾਹਿਬ ਨੇ ਸਿਵਨਿਮਰ ਭਾਵ ਨਾਲ ਬੇਨਤੀ ਕੀਤੀ, ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਬੜੇ ਹੀ ਪ੍ਰਸੰਨ ਹੋਏ। ਬਖਸ਼ੇ ਕਰੋ ਨਾ ਐਸੇ ਫੇਰ। ਪਾਤਸ਼ਾਹ ਕਹਿੰਦੇ ਬਖਸ਼ੇ ਗਏ ਹੋ, ਹੁਣ ਅੱਗੇ ਤੋਂ ਐਸਾ ਨਹੀਂ ਕਰਨਾ। ਨਿਜ ਸਰੀਰ ਪੁਨ ਤਥਾ ਬਨਾਇਓ। ਖਾਲਸਾ ਜੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਖਸ਼ਣਾ ਉਹ ਤਾਂ ਆਪ ਗੁਰਦੇਵ ਨੇ। ਇਹ ਸਾਡੇ ਵਾਸਤੇ ਪੂਰਨੇ ਪੈ ਰਹੇ ਨੇ, ਸਿੱਖਾਂ ਵਾਸਤੇ ਹੈ ਇਹ ਇਤਿਹਾਸ। ਸਤਿਗੁਰੂ ਜੀ ਤਾਂ ਲੀਲਾ ਮਾਤਰੇ ਵਰਤਾਰਾ ਵਰਤਾ ਰਹੇ। ਤੋ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਫਿਰ ਉਸੇ ਤਰ੍ਹਾਂ ਹੀ ਲੱਗ ਗਏ। ਚਰਨ ਅੰਗੂਠੇ ਬਿਨ ਜੋ ਬਡੇਰ। ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਦੇ ਅੰਗੂਠੇ 'ਚ ਜਿਹੜਾ ਜ਼ਖਮ ਸੀ, ਉਹ ਮਹਾਰਾਜ ਜੀ ਨੇ ਫਿਰ ਉਸੇ ਤਰ੍ਹਾਂ ਜਿਉਂ ਕਾ ਤਿਉਂ ਕਰ ਲਿਆ। ਰਾਂਧ ਰੁਦਰ ਚੋਵਤ ਰਹਿ ਥੋਰੋ। ਕਦੇ ਕਦੇ ਉਸ ਅੰਗੂਠੇ ਵਿੱਚੋਂ ਕਹਿੰਦੇ ਰੇਸ਼ਾ ਵੀ ਸਿਮਦਾ ਹੈ, ਗੁਰੂ ਅੰਗਦ ਸਾਹਿਬ ਦੇ ਅੰਗੂਠੇ ਚੋਂ। ਕਦੇ ਕਦੇ ਉਹਦੇ ਚੋਂ ਖੂਨ ਵੀ ਸਿਮ ਜਾਂਦਾ ਜਦੋਂ ਕਿਤੇ ਉੱਤੇ ਕੋਈ ਵਸਤੂ ਲੱਗ ਜਾਵੇ। ਗੁਰ ਕੀ ਕਥਾ ਅਕਥ ਹੀ ਹੇਰ। ਇਹ ਭਾਈ ਗੁਰੂ ਸਾਹਿਬ ਦੀ ਕਥਾ ਅਕਥ ਹੈ, ਉਹਨਾਂ ਦੀ ਖੇਡ ਅਕਥ ਹੈ। ਉਹ ਜਗਤ ਸੁਆਮੀ ਮਾਲਕ ਹਨ। ਇਸ ਮਹਿ ਸਮਰੱਥ ਜਾਣ ਸਕਹਿ ਕੋ। ਕਿਹਦੇ ਵਿੱਚ ਇੰਨੀ ਸਮਰੱਥ ਹੈ ਜਿਹੜਾ ਗੁਰੂ ਸਾਹਿਬ ਜੀ ਦੀ ਅਕਥ ਖੇਡ ਨੂੰ ਸਮਝ ਸਕੇ। ਇੰਨੀ ਤਾਕਤ ਕਿਹਦੇ 'ਚ ਹੈ, ਕਿਹਦੇ 'ਚ ਇੰਨੀ ਸਮਰੱਥਾ ਹੈ। ਡਾਕਟਰ ਤਾਰਨ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ। ਉਹ ਕਹਿੰਦੇ ਸਿੱਖ ਕਦੇ ਵੀ ਗੁਰੂ ਦੀ ਗੱਤ ਨਹੀਂ ਜਾਣ ਸਕਦਾ, ਤਾਂ ਜ਼ਿੰਦਗੀ ਇਹੀ ਕਹਿੰਦਾ ਰਹੇਗਾ ਤੁਮਰੀ ਗੱਤ ਮਿਤ ਤੁਮ ਹੀ ਜਾਨੀ। ਸਿੱਖ ਕਦੇ ਵੀ ਗੁਰੂ ਦੀ ਗੱਤ ਨਹੀਂ ਜਾਣ ਸਕਦਾ, ਪਰ ਜਿਹੜਾ ਸਿੱਖ ਗੁਰੂ ਦੀ ਗੱਤ ਜਾਣ ਲੈਂਦਾ ਉਹ ਸਿੱਖ ਸਿੱਖ ਨਹੀਂ ਰਹਿੰਦਾ, ਗੁਰੂ ਦਾ ਰੂਪ ਹੋ ਜਾਂਦਾ। ਜਿਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਕੇ ਗੁਰੂ ਅੰਗਦ ਦੇਵ ਹੋ ਗਏ। ਤੋ ਸਤਿਗੁਰਾਂ ਦੀ ਅਕਥ ਕਥਾ ਨੂੰ ਕੌਣ ਕਵੇ, ਕਿਸਮੈ ਸਮਰਥ ਜਾਣ ਸਕਹਿ ਕੋ। ਕਿਹਦੇ 'ਚ ਇੰਨੀ ਸਮਰੱਥਾ ਹੈ ਜਿਹੜਾ ਗੁਰੂ ਸਾਹਿਬ ਜੀ ਦੀ ਇਸ ਖੇਡ ਨੂੰ ਜਾਣ ਸਕੇ। ਸੁਰ ਨਰ ਬਿਸਮਤ ਸੁਮਤ ਬਡੇਰ। ਵੱਡੇ ਵੱਡੇ ਦੇਵਤੇ ਤੇ ਨਰ ਵੀ ਹੈਰਾਨ ਹੁੰਦੇ ਹਨ, ਜਿਹੜੇ ਬੜੇ ਸਮਤਵਾਨ ਕਹੇ ਜਾਂਦੇ ਹਨ, ਉਹ ਵੀ ਮਹਾਰਾਜ ਜੀ ਦਾ ਅੰਤ ਨਹੀਂ ਪਾ ਸਕਦੇ। ਬਰਖ ਇਕਾਦਸ਼ ਸੇਵਾ ਕੀਨਸ। ਸੇਵਾ ਕਰਦਿਆਂ ਕਰਦਿਆਂ 11 ਸਾਲ ਬੀਤ ਗਏ ਨੇ ਗੁਰੂ ਅਮਰਦਾਸ ਸਾਹਿਬ ਜੀ। 11 ਵਰੇ, ਔਰ 11 ਵਰਿਆਂ ਦੀ ਇਸ ਸੇਵਾ ਵਿੱਚ ਪਾਤਸ਼ਾਹ ਆਪਣੇ ਘਰ ਵਾਪਸ ਨਹੀਂ ਗਏ ਬਸ ਕੇ। 11 ਵਰਿਆਂ ਦੀ ਇਹਨਾਂ ਸੇਵਾ ਦੇ ਦੌਰਾਨ ਰਾਤ ਦਿਨ ਪਾਤਸ਼ਾਹ ਸੇਵਾ 'ਚ ਲੱਗੇ ਰਹੇ, ਕਦੇ ਨਿੰਦਰਾ ਦਾ ਸੁੱਖ ਨਹੀਂ ਲਿਆ।
ਗਰੀਬ ਨਵਾਜ ਪਾਤਸ਼ਾਹ ਨੂੰ 11 ਸਾਲ ਇਸੇ ਤਰ੍ਹਾਂ ਸੇਵਾ ਕਰਦਿਆਂ ਬੀਤ ਗਏ। ਦੀਏ ਰੁਮਾਲ ਇਕਾਦਸ਼ ਪਾਨ, ਹਰ ਸਾਲ ਇੱਕ ਸਿਰੇ ਪਾਉ ਮਿਲਦਾ ਤੇ ਸੀਸ ਤੇ ਬੰਨ ਲੈਂਦੇ ਸਨ। 11 ਸਿਰੇ ਪਾਉ ਮਿਲੇ ਨੇ, ਉਹ ਸੀਸ ਤੇ ਸਜਾਏ ਹੋਏ ਨੇ, ਉੱਤੋਂ ਰੱਸੇ ਨਾਲ ਬੱਧੇ ਹੋਏ ਨੇ। ਸੋ ਸਗਰੇ ਸਿਰ ਪਰ ਕਰ ਬੰਧਨ, ਉਹ ਸਾਰੇ ਸਿਰੇ ਪਾਉ ਆਪਣੇ ਸੀਸ ਤੇ ਬੰਨੇ ਹੋਏ ਨੇ। ਰਸਰੀ ਸੰਗ ਸੋ ਦ੍ਰਿੜਤਾ ਠਾਨ, ਉੱਤੋਂ ਰੱਸੀ ਨਾਲ ਕੱਸ ਕੇ ਬੰਨ ਲਏ ਨੇ ਵੀ ਇਹ ਸਿਰੇ ਪਾਉ ਥੱਲੇ ਜ਼ਮੀਨ ਤੇ ਨਾ ਡਿੱਗਣ, ਗੁਰੂ ਸਾਹਿਬ ਨੇ ਬਖਸ਼ੇ। ਇੰਨਾ ਅਦਬ ਹੈ। ਵੱਡੋ ਮੁਕਟ ਤਿਨ ਕੋ ਤਬ ਹੋਇਓ ਹੋ, ਕਹਿੰਦੇ ਹੁਣ ਸਿਰੇ ਪਾਉ ਹੁਣ 1.5 ਗਜ ਦਾ ਇੱਕ ਸਿਰੇ ਪਾਉ ਹੈ। 11 ਸਿਰੇ ਪਾਉ ਨੇ ਸੀਸ ਤੇ। ਬੜਾ ਵੱਡਾ ਦਸਤਾਰਾ ਦੁਮਾਲਾ ਮਹਾਰਾਜ ਜੀ ਦੇ ਸੀਸ ਤੇ ਹੋ ਗਿਆ। ਕਹਿੰਦੇ ਏਦਾਂ ਜਾਪਦਾ ਜਿਵੇਂ ਬੜਾ ਵੱਡਾ ਮੁਕਟ ਹੋਵੇ ਸੀਸ ਦੇ ਉੱਤੇ। ਵੱਡਾ ਮੁਕਟ ਉਹ ਮਹਾਰਾਜ ਜੀ ਨੇ ਸੀਸ ਤੇ ਸਜਾਇਆ ਹੈ। ਦਿਨ ਪ੍ਰਤ ਭੀਗਹਿ ਨੀਰ ਮਹਾਨ, ਉਹ ਕਈ ਵਾਰੀ ਭਿੱਜ ਜਾਂਦਾ ਪਾਣੀ ਦੇ ਨਾਲ। ਬਹੁ ਪਪੀਲ ਕਾ ਬਾਸਾ ਕੀਨਸ, ਗਰੀਬ ਨਵਾਜ ਪਾਤਸ਼ਾਹ ਉਸੇ ਰੰਗ ਦੇ ਵਿੱਚ ਸੇਵਾ 'ਚ ਰਹਿੰਦੇ ਹਨ। ਅਪਰ ਜੀਵ ਉਪਜੇ ਤਿਸ ਥਾਨ, ਔਰ ਮਹਾਰਾਜ ਜੀ ਦੇ ਰੰਗ ਵਿੱਚ ਰੰਗੇ ਰਾਤ ਦਿਨ ਸੇਵਾ 'ਚ ਹੀ ਭਿੱਜੇ ਰਹਿੰਦੇ ਹਨ। ਜਬ ਕੇ ਦਏ ਸੀਸ ਪਰ ਬਾਂਧੇ, ਉਹ ਸਿਰੇ ਪਾਉ ਜਦੋਂ ਦੇ ਸਤਿਗੁਰਾਂ ਨੇ ਦਿੱਤੇ ਸੀਸ ਤੇ ਬੰਨ ਲਏ। ਬਹਰ ਨ ਤਰੇ ਉਤਾਰਨ ਕੀਨ, ਉਹ ਸਿਰੇ ਪਾਉ ਲਾ ਕੇ ਮਹਾਰਾਜ ਜੀ ਨੇ ਥੱਲੇ ਨਹੀਂ ਧਰੇ, ਗੁਰੂ ਅਮਰਦਾਸ ਸਾਹਿਬ ਜੀ ਨੇ। ਕਰਤ ਰਹਿਤ ਦਿਨ ਪ੍ਰਤ ਦ੍ਰਿੜ ਤਿਨ ਕੋ, ਔਰ ਰਾਤ ਦਿਨ ਉਹਨਾਂ ਨੂੰ ਪੱਕਿਆਂ ਕਰਕੇ ਸੀਸ ਤੇ ਬੰਨਦੇ ਹਨ। ਰੈਨ ਦਿਵਸ ਮਨ ਪ੍ਰੇਮ ਪ੍ਰਬੀਨ, ਰਾਤ ਦਿਨ ਸਤਿਗੁਰਾਂ ਦੇ ਪਰਮ ਪ੍ਰੇਮ 'ਚ ਭਿੱਜੇ ਰਹਿੰਦੇ ਹਨ। ਅਪਰ ਬਾਸਨਾ ਰਹੀ ਨ ਕੋ, ਮਨ 'ਚ ਹੋਰ ਕੋਈ ਵਾਸ਼ਨਾ, ਹੋਰ ਕੋਈ ਕਾਂਖਾ ਨਹੀਂ ਰਹੀ। ਚਰਨ ਕਮਲ ਸਿਮਰਤ ਹੋਏ ਲੀਨ, ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਭਿੱਜ ਕੇ ਲੀਨ ਹੋ ਕੇ ਰਾਤ ਦਿਨ ਸਤਿਗੁਰਾਂ ਦੇ ਚਰਨਾਂ ਦਾ ਭਜਨ ਕਰਦੇ ਨੇ, ਸਿਮਰਨ ਕਰਦੇ ਨੇ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਚਰਨ ਕਮਲ ਸਿਮਰਤ ਹੋਏ ਲੀਨ, ਸਤਿਗੁਰਾਂ ਦੇ ਚਰਨਾਂ 'ਚ ਲੀਨ ਹੋ ਕੇ ਸਤਿਗੁਰੂ ਜੀ ਦੇ ਚਰਨ ਕਮਲਾਂ ਨੂੰ ਰਾਤ ਦਿਨ ਸਿਮਰਦੇ ਹਨ। ਕਹਿਣ ਸੁਣਨ ਕਹਿ ਸੋ ਨ ਕਰ ਹੈ ਕਬ, ਕਿਸੇ ਨਾਲ ਕੁਝ ਕਹਿਣਾ ਜਾਂ ਕਿਸੇ ਦੀ ਕੋਈ ਬਾਤ ਸੁਣਨੀ, ਉਸ ਪਾਸੇ ਮਹਾਰਾਜ ਜੀ ਦਾ ਧਿਆਨ ਹੀ ਨਹੀਂ ਜਾਂਦਾ। ਜਿਵੇਂ ਕਿ ਪਹਿਲਾਂ ਬੇਨਤੀ ਕੀਤੀ, ਕੇਵਲ ਸੇਵਾ ਨੂੰ ਹੀ ਮੁੱਖ ਰੱਖਿਆ। ਹਾਂਜੀ, ਇੱਕ ਸੇਵਾ ਕੇ ਤਤਪਰ ਭੀਨ, ਇੱਕ ਸਤਿਗੁਰਾਂ ਦੀ ਸੇਵਾ 'ਚ ਹੀ ਤਤਪਰ ਹੋ ਕੇ ਉਹਦੇ 'ਚ ਭਿੱਜੇ ਹੋਏ ਹਨ। ਬਰਖ ਦਵਾਦਸ਼ੋ ਸੇਵਤ ਆਇਓ ਹੋ, ਇਸੇ ਤਰ੍ਹਾਂ 12ਵਾਂ ਸਾਲ ਆ ਗਿਆ ਸੇਵਾ ਕਰਦਿਆਂ। ਜੀਰਨ ਚੀਰ ਸਰੀਰ ਸੁਛਾਦ, ਸਰੀਰ ਤੇ ਉਹੀ ਬਸਤਰ ਨੇ ਜੀਰਨ। ਪਗ ਮਹਿ ਭਈ ਬਿਵਾਈ ਫਟ ਕਰ, ਸਤਿਗੁਰਾਂ ਦੇ ਚਰਨ ਫਟ ਗਏ ਨੇ ਤੇ ਬਿਆਈਆਂ ਪੈ ਗਈਆਂ ਨੇ ਚਰਨਾਂ ਵਿੱਚ। ਖਾਨ ਪਾਨ ਕੋ ਚਹੈ ਨ ਸਾਦ, ਖਾਨ ਪਾਨ ਦੀ ਵੀ ਇੱਛਾ ਨਹੀਂ ਹੁੰਦੀ, ਕੋਈ ਸਵਾਦ ਪਦਾਰਥ ਲੰਗਰ ਦੇ ਵਿੱਚ ਕੀ ਬਣਿਆ ਕੀ ਛਕਣਾ। ਏਦਾਂ ਦੇ ਸਾਦਾਂ ਤੋਂ ਪਾਤਸ਼ਾਹ ਉੱਪਰ ਉੱਠੇ ਹੋਏ ਨੇ। ਜਲ ਸੋ ਭੀਜ ਹਾਥ ਤਿਸ ਬਿਦ ਭੇ, ਪਾਤਸ਼ਾਹ ਜੀ ਦੇ ਜਿਹੜੇ ਹੱਥ ਨੇ ਉਹ ਵੀ ਹਰ ਵੇਲੇ ਕਿਉਂਕਿ ਜਲ ਦੀ ਸੇਵਾ ਜ਼ਿਆਦਾ ਕਰਦੇ ਸਨ ਤੇ ਸੁਭਾਵਕ ਹੈ ਜਦੋਂ ਹੱਥ ਬਹੁਤਾ ਪਾਣੀ 'ਚ ਭਿੱਜਦੇ ਰਹਿਣ ਤੇ ਹੱਥ ਜਿਹੜੇ ਨੇ ਉਹ ਫਟ ਜਾਂਦੇ ਹਨ। ਇਉਂ ਸਤਿਗੁਰਾਂ ਦੇ ਹੱਥਾਂ ਦੀ ਦਸ਼ਾ ਹੈ। ਕਬ ਬੈਠੇ ਸੁਨ ਸ਼ਬਦ ਸੋਨਾਦ, ਤੇ ਕਦੇ ਕਿਤੇ ਪਾਤਸ਼ਾਹ ਸੇਵਾ ਤੋਂ ਕੁਝ ਸਮੇਂ ਲਈ ਵਿਹਲ ਪ੍ਰਾਪਤ ਕਰਦੇ ਤੇ ਜਦੋਂ ਕੀਰਤਨ ਹੁੰਦਾ ਸਤਿਗੁਰਾਂ ਦੇ ਦਰਬਾਰ 'ਚ ਕਥਾ ਹੁੰਦੀ ਤੇ ਬਹਿ ਕੇ ਕੀਰਤਨ ਸੁਣਦੇ, ਸ਼ਬਦ ਸੁਣਦੇ ਪ੍ਰੇਮ ਨਾਲ। ਕਾਲੀ ਕਾਲ ਅਧਿਕ ਜਬ ਐਸੇ, ਜਦੋਂ ਅਧਿਕ ਘਾਲਣਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਘਾਲੀ, ਇਹ ਉਹ ਘਾਲਣਾ ਹੈ ਜਿਹੜੇ ਦੁਨੀਆ ਦੇ ਸਮਸਤ ਤਪਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਤਪ ਹੈ। ਦੇਖਤ ਸਿੱਖ ਹੋਏ ਬੇਸਮਾਦ, ਜਿਹੜੇ ਗੁਰੂ ਕੇ ਸਿੱਖ ਨੇ ਉਹ ਵੇਖ ਵੇਖ ਹੈਰਾਨ ਹੁੰਦੇ ਆ ਵੀ ਇਹ ਕਿਸ ਮਿੱਟੀ ਦੇ ਬਣੇ ਨੇ। ਨਾ ਦਿਨੇ ਚੈਨ ਹੈ ਨਾ ਰਾਤ ਨੂੰ, 8 ਪਹਿਰ ਸੇਵਾ 'ਚ ਹੀ ਲੱਗੇ ਰਹਿੰਦੇ। ਬਿਰਧ ਅਵਸਥਾ ਹੈ,
84 ਵਰਿਆਂ ਦੀ ਉਮਰ ਹੋ ਗਈ ਹੈ, ਰਾਤ ਦਿਨ ਸੇਵਾ 'ਚ ਹੀ ਲੱਗੇ ਰਹਿੰਦੇ ਹਨ। ਮਦਰੋ ਢੀਲ ਸਰੀਰ ਅਲਪ ਇਨ। ਸਤਿਗੁਰਾਂ ਦੇ ਸਰੀਰ ਦੀ ਜਿਹੜੀ ਕੱਦ ਕਾਠੀ ਸੀ ਨਾ, ਤੀਸਰੇ ਪਾਤਸ਼ਾਹ ਦੇ ਕੱਦ ਮਹਾਰਾਜ ਜੀ ਦਾ ਛੋਟਾ ਸੀ, ਮਦਰੋ ਢੀਲ ਕੱਦ ਕਰਕੇ ਪਾਤਸ਼ਾਹ ਮਹਾਂਪੁਰਸ਼ ਦੱਸਦੇ ਆ ਵੀ ਛੋਟੇ ਸਰੀਰ ਦੇ ਸਨ। ਤੋ ਦੁਬਾਰਾ ਪੜੋ ਜੀ। ਮਦਰੋ ਢੀਲ ਸਰੀਰ ਅਲਪ ਇਨ। ਔਰ ਸਰੀਰ ਵੀ ਬਿਲਕੁਲ ਸੂਖਮ ਜਿਹਾ ਸੀ ਮਹਾਰਾਜ, ਬਹੁਤਾ ਥੂਲ ਸਰੀਰ ਨਹੀਂ ਸੀ ਗੁਰੂ ਅਮਰਦਾਸ ਸਾਹਿਬ ਦਾ, ਕੱਦ ਵੀ ਛੋਟਾ ਤੇ ਸਰੀਰ ਵੀ ਬਿਲਕੁਲ ਸੂਖਮ ਜਿਹਾ ਮਹਾਰਾਜ ਜੀ ਦਾ। ਸਿੱਖ ਗੱਲਾਂ ਕਰਦੇ ਨੇ, ਬਾਹਰ ਬ੍ਰਿਧ ਬਲ ਨਹਿ ਜਿਨ ਮਾਹੇ। ਕਹਿੰਦੇ ਸਰੀਰ ਬਿਰਧ ਹੈ ਤੇ ਵੇਖਣ ਨੂੰ ਲੱਗਦਾ ਵੀ ਸਰੀਰ 'ਚ ਬਲ ਹੋਣਾ ਹੀ ਨਹੀਂ। ਸਵੇਤ ਕੇਸ ਤਨ ਚਰਮ ਛਿਥਲ ਬਹੋ। ਮਹਾਰਾਜ ਜੀ ਦੇ ਮੁਖ ਮੰਡਲ ਤੇ ਦਾੜਾ ਸਫੇਦ ਰੰਗ ਦਾ ਚਿੱਟਾ ਹੈ ਔਰ ਸਰੀਰ ਦਾ ਮਾਸ ਢਲਕਿਆ ਹੋਇਆ ਹੈ। ਸੇਵਾ ਸਭ ਤੇ ਅਧਿਕ ਕਰਾਹੇ। ਪਰ ਕੋਈ ਨੌਜਵਾਨ ਇਹਨਾਂ ਦੇ ਬਰਾਬਰ ਸੇਵਾ ਨਹੀਂ ਕਰਦਾ ਜਿੰਨੀ ਇਹ ਸੇਵਾ ਕਰਦੇ। ਸਤਿ ਸ੍ਰੀ ਅਕਾਲ। ਇਹੋ ਜੀ ਬਿਰਧ ਅਵਸਥਾ ਵਿੱਚ ਕਹਿੰਦੇ ਸੇਵਾ ਇਹਨਾਂ ਵਰਗੀ ਕੋਈ ਨਹੀਂ ਕਰ ਸਕਦਾ ਜਿੰਨੇ ਸੇਵਕ ਨੇ ਇਸ ਵੇਲੇ ਗੁਰੂ ਘਰ 'ਚ। ਸਭ ਤੋਂ ਵੱਧ ਸੇਵਾ ਇਹ ਕਰਦੇ ਹਨ। ਚਰਨ ਅੰਗੂਠਾ ਨਿਸਮੁਖ ਰਾਖਤ। ਰਾਤ ਨੂੰ ਗੁਰੂ ਅੰਗਦ ਸਾਹਿਬ ਦੇ ਚਰਨਾਂ ਨੂੰ ਸੇਵਦੇ ਨੇ। ਨਹਿ ਸੋਵਤ ਕਬਹੂ ਨਿਚਿਤ ਚਾਹੇ। ਕਹਿੰਦੇ ਚਰਨਾਂ 'ਚ ਹੀ ਬੈਠੇ ਰਹਿੰਦੇ ਰਾਤ, ਸੌਂਦਿਆਂ ਤੇ ਕਦੇ ਵੇਖਿਆ ਹੀ ਨਹੀਂ ਇਹਨਾਂ ਨੂੰ ਵੀ ਇਹ ਸੌਂਦੇ ਕਿਹੜੇ ਵੇਲੇ ਹੋਣਗੇ। ਜਾਮ ਜਾਮਨੀ ਤੇ ਜਲ ਅੰਨ ਹੈ। ਸੁਬਾ ਪਹਿਰ ਰਾਤ ਰਹਿੰਦਿਆਂ ਤੋਂ ਹੀ ਜਲ ਢੋਣ ਦੀ ਸੇਵਾ ਸ਼ੁਰੂ ਕਰਦੇ ਨੇ। ਗੁਰੂ ਸ਼ਨਾਨੈ ਪ੍ਰੇਮ ਉਮਾਹੇ। ਸਭ ਤੋਂ ਪਹਿਲੀ ਗਾਗਰ ਜਲ ਦੀ ਲਿਆ ਕੇ ਪਹਿਲਾਂ ਆਪ ਇਸ਼ਨਾਨ ਕਰਦੇ। ਖਾਲਸਾ ਜੀ ਮਹਾਰਾਜ ਜੀ ਨੇ ਗਾਗਰ ਲੈ ਕੇ ਜਾਣੀ, ਦਰਿਆ ਵਿੱਚ ਪਹਿਲਾਂ ਸਣੇ ਬਸਤਰ ਆਪਣੇ ਸਰੀਰ ਦਾ ਇਸ਼ਨਾਨ ਕਰਾਉਣਾ ਤੇ ਗਾਗਰ ਕਿਉਂਕਿ ਵਜਨ ਵਾਲੀ ਹੁੰਦੀ ਸੀ ਵੱਡੀ, ਉਹ ਥੱਲੇ ਰੱਖ ਕੇ ਉੱਪਰ ਚੁੱਕਣੀ ਔਖੀ ਹੁੰਦੀ ਸੀ, ਬਿਰਧ ਸਰੀਰ ਜੋ ਸੀ। ਗਾਗਰ ਦੇ ਸਮੇਤ ਹੀ ਚੁੱਭਾ ਮਾਰਨਾ ਜਲ 'ਚ, ਨਾਲੇ ਆਪਣਾ ਇਸ਼ਨਾਨ ਹੋ ਜਾਣਾ ਨਾਲੇ ਗਾਗਰ ਦੇ ਵਿੱਚ ਜਲ ਪੈ ਜਾਣਾ। ਉੱਠ ਖਲੋਣਾ ਤੇ ਰਸਤੇ ਵਿੱਚ ਆਉਂਦਿਆਂ ਖਾਲਸਾ ਜੀ ਇੱਕ ਸਥਾਨ ਹੈ ਗੁਰਦੁਆਰਾ ਦਮਦਮਾ ਸਾਹਿਬ, ਉੱਥੇ ਇੱਕ ਦਰਖਤ ਹੈ। ਬੜੇ ਸਾਲ ਹੋਏ ਪਹਿਲੋਂ ਦਰਸ਼ਨ ਕੀਤੇ ਸਨ, ਹੁਣ ਦਾ ਤਾਂ ਪਤਾ ਨਹੀਂ ਕਿਉਂਕਿ ਦਰਖਤਾਂ ਨੂੰ ਬਹੁਤ ਸਾਰੇ ਦਰਖਤ ਗੁਰੂ ਘਰਾਂ ਜਿਹੜੇ ਇਤਿਹਾਸਕ ਸਨ ਉਹ ਸਮਾਪਤ ਕਰ ਦਿੱਤੇ ਗਏ ਨੇ। ਇਹ ਬੜਾ ਵੱਡਾ ਘਾਟਾ ਹੈ ਪੰਥ ਦਾ ਵੀ ਉਹ ਇਤਿਹਾਸਕ ਦਰਖਤ, ਇਤਿਹਾਸਕ ਵਿਰਾਸਤਾਂ, ਇਤਿਹਾਸਕ ਨਿਸ਼ਾਨੀਆਂ ਜਿਹੜੀਆਂ ਸਮਾਪਤ ਹੋ ਗਈਆਂ, ਅਣਗਹਿਲੀ ਕਰਕੇ ਹੋਈਆਂ ਜਾਂ ਕਿਸੇ ਨੀਤੀ ਤਹਿਤ ਹੋਈਆਂ ਤਾਂ ਪਰਮੇਸ਼ਰ ਜਾਣੇ। ਉਹ ਦਰਖਤ ਸੀਗਾ ਉੱਥੇ ਪਹਿਲੋਂ, ਉੱਥੇ ਮਹਾਰਾਜ ਜੀ ਨੇ ਗਾਗਰ ਕੁਝ ਸਮੇਂ ਲਈ ਉੱਥੇ ਮੋਢੇ ਤੇ ਆਸਰਾ ਦੇਣ ਲਈ ਨਾ ਉੱਥੇ ਟਿਕਾ ਲੈਣੀ। ਦਮਦਮਾ ਸਾਹਿਬ ਸਥਾਨ ਹੈ ਤੇ ਕੁਝ ਸਮਾਂ ਦਮ ਲੈਣਾ ਤੇ ਫਿਰ ਉੱਥੋਂ ਮੋਢੇ ਤੇ ਉੱਤੇ ਕੋਈ ਉੱਚੇ ਥਾਂ ਤੇ ਰੱਖਣੀ, ਉੱਥੋਂ ਹੀ ਮੋਢੇ ਤੇ ਰੱਖ ਲੈਣੀ ਗਾਗਰ ਤੇ ਆ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਨੂੰ ਇਸ਼ਨਾਨ ਕਰਾਉਣਾ। ਫਿਰ ਸਾਰਾ ਦਿਨ ਗਾਗਰ ਢੋਣ ਦੀ ਸੇਵਾ ਕਰਨੀ। ਸੀਤ ਉਸਨ ਬਰਖਾ ਵੱਡ ਹੋਵਤ। ਭਾਵੇਂ ਮੀਂਹ ਪਵੇ, ਭਾਵੇਂ ਰੱਜ ਕੇ ਪੋਹ ਤੇ ਮਾਂ ਦੀਆਂ ਸਰਦ ਰਾਤਾਂ ਹੋਣ ਤੇ ਭਾਵੇਂ ਰੱਜ ਕੇ ਅੱਤ ਦੀ ਗਰਮੀ ਹੋਵੇ, ਸੇਵਹਿ ਇੱਕ ਸਮ ਜਾਣ ਹੈ ਨਾਹੇ। ਰਾਤ ਦਿਨ ਇੱਕ ਸਮਾਨ ਸੇਵਾ ਕਰਦੇ ਨੇ। ਹੈਰਾਨੀ ਦੀ ਬਾਤ ਹੈ ਕਿ 12 ਸਾਲਾਂ ਦੇ ਵਿੱਚ ਇੱਕ ਦਿਨ ਦਾ ਵੀ ਨਾਗਾ ਨਹੀਂ ਹੈ, ਇੱਕ ਦਿਨ ਦਾ ਵੀ ਨਾਗਾ ਨਹੀਂ। ਨਿਰੰਤਰ ਸੇਵਾ ਵਿੱਚ ਰਾਤ ਦਿਨ ਲੱਗੇ ਹੋਏ ਨੇ। ਤਪ ਵਿਸ਼ਾਲ ਕਰ ਕਾਲ ਸੋ ਕਾਲ ਹੈ। ਕਹਿੰਦੇ ਇਹੋ ਜਿਹਾ ਵਿਸ਼ਾਲ ਤਪ ਕਰਕੇ ਵਿਸ਼ਾਲ ਘਾਲਣਾ ਗੁਰੂ ਅਮਰਦਾਸ ਜੀ ਘਾਲ ਰਹੇ ਨੇ। ਧਨ ਜਨਮ ਕਰ ਲੀਨ ਉਪਾਹੇ। ਸਿੱਖ ਕਹਿ ਰਹੇ ਨੇ, ਕਹਿੰਦੇ ਇਹਨਾਂ ਨੇ ਆਪਣਾ ਜਨਮ ਧਨ ਕਰ ਲਿਆ, ਇਹਨਾਂ ਆਪਣਾ ਜੀਵਨ ਧਨ ਤੇ ਸਕਾਰਥਾ ਕਰ ਲਿਆ ਹੈ। ਤਦ ਪਰੁਖ ਨਹਿ ਗੁਰ ਕਛ ਕਰ ਹੈ। ਪਰ ਸਿੱਖ ਹੈਰਾਨੀ ਨਾਲ ਗੱਲਾਂ ਕਰਦੇ, ਕਹਿੰਦੇ ਪਰ ਗੁਰੂ ਅੰਗਦ ਸਾਹਿਬ ਤਾਂ ਕਦੇ ਇਹਨਾਂ ਨਾਲ ਗੱਲ ਵੀ ਨਹੀਂ ਕਰਦੇ। ਇਹ ਰਾਤ ਦਿਨ ਸੇਵਾ ਕਰਦੇ ਨੇ, ਇੰਨੀ ਸੇਵਾ ਵੀ ਸਭ ਤੋਂ ਵੱਧ ਅੱਗੇ ਨੇ, ਮੂਹਰੇ ਨੇ। ਪਰ ਹੈਰਾਨੀ ਹੈ ਕਿ ਗੁਰੂ ਅੰਗਦ ਸਾਹਿਬ ਜੀ ਤਾਂ ਇਹਨਾਂ ਵੱਲ ਕਦੇ ਰੁਖ ਕਰਕੇ ਵੇਖਦੇ ਵੀ ਨਹੀਂ। ਪਰ ਸਿੱਖਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਤਾਂ ਅੰਦਰੋਂ ਇੱਕ ਮਿੱਕੀ ਖੇਡ ਹੋਈ ਪਈ ਆ, ਬਾਹਰੋਂ ਸਰੀਰ ਕਰਕੇ ਦੋ ਪੇ ਨਜ਼ਰ ਆਉਂਦੇ ਨੇ, ਅੰਦਰੋਂ ਤਾਂ ਇੱਕ ਰੂਪ ਹੀ ਹੋ ਚੁੱਕੇ ਹਨ। ਪਰ ਜਿਵੇਂ ਬਾਹਰਲਾ ਵਰਤਾਰਾ ਨਜ਼ਰ ਆ ਰਿਹਾ ਸੀ ਸਿੱਖਾਂ ਨੂੰ,
ਕਹਿੰਦੇ ਵੀ ਗੁਰੂ ਸਾਹਿਬ ਕਦੇ ਇਹਨਾਂ ਨਾਲ ਰੁੱਖ ਕਰਕੇ ਨਹੀਂ ਬੋਲਦੇ। ਉਦਾਸੀਨ ਸੀ ਬ੍ਰਿਤੀ ਰਖਾਹੇ, ਇਹ ਉਦਾਸੀਨ ਜੀ ਬਿਰਤੀ ਰੱਖਦੇ ਨੇ ਆਪਣੀ। ਨਿਕਟ ਬਿਠਾਏ ਨਾ ਬੋਲੇ ਹੈ ਬੂਝੇ ਹੈ, ਕਦੇ ਗੁਰੂ ਅੰਗਦ ਸਾਹਿਬ ਇਹਨਾਂ ਨੂੰ ਆਪਣੇ ਕੋਲ ਨਹੀਂ ਬਿਠਾਉਂਦੇ ਵੀ ਆ ਜਾ ਪੁਰਖਾ ਕੋਲ ਬਹਿ ਜਾ, ਨਾ ਕਦੇ ਕੋਈ ਗੱਲ ਕਰਦੇ ਨੇ। ਅਗਮ ਗੁਰੂ ਗਤ ਲਖੀ ਨਾ ਜਾਹੇ, ਕਹਿੰਦੇ ਗੁਰੂ ਅੰਗਦ ਸਾਹਿਬ ਦੀ ਅਗੰਮ ਗਤ ਹੈ, ਸਾਡੇ ਕੋਲੋਂ ਸਮਝ ਹੀ ਨਹੀਂ ਜਾਂਦੀ। ਸਿੱਖ ਇਮ ਭਨਤ ਅਪਰਜੇ ਨਰ ਹੈ, ਕਹਿੰਦੇ ਸਿੱਖ ਤਾਂ ਇਉਂ ਗੱਲਾਂ ਕਰਦੇ, ਉਹ ਗੁਰੂ ਅਮਰਦਾਸ ਸਾਹਿਬ ਦੀਆਂ ਸਿਫਤਾਂ ਕਰਦੇ, ਮਹਾਰਾਜ ਜੀ ਦੀ ਵਡਿਆਈ ਕਰਦੇ, ਪਰ ਜਿਹੜੇ ਹੋਰ ਹੁੰਦੇ ਆ, ਹੋਰ ਜਿਹੜੇ ਸੂਰਜ ਚੜ੍ਹਦਾ ਤੇ ਕਮਲ ਦਾ ਫੁੱਲ ਤਾਂ ਹੁੰਦਾ ਖਿੜ ਕੇ ਖੇੜੇ 'ਚ, ਤੇ ਜਿਹੜੇ ਹੋਰ ਹੁੰਦੇ ਆ, ਹੋਰ ਕਹਿੰਦੇ ਨੇ ਚਮ ਗਿੱਦੜਾਂ ਨੂੰ, ਉੱਲੂਆਂ ਨੂੰ, ਉਹਨੇ ਹੋ ਜਾਂਦੇ। ਇੱਥੇ ਉਹਨਾਂ ਦੀ ਗੱਲ ਆ ਰਹੀ, ਜਿਹੜੇ ਹੋਰ ਨੇ ਉੱਲੂਆਂ ਵਾਂਗੂ ਉਹ ਲੋਕ, ਉਹ ਕੀ ਕਹਿੰਦੇ ਆ ਸੁਣੋ। ਬਹੁ ਬਿਦ ਕੇ ਠਨ ਹੈ ਉਪਹਾਸ, ਉਹ ਮਖੌਲ ਕਰਦੇ ਸਤਿਗੁਰਾਂ ਦਾ, ਉਹ ਮਹਾਰਾਜ ਜੀ ਦਾ ਕਈ ਵਾਰੀ ਮਜ਼ਾਕ ਉਡਾਉਂਦੇ, ਕਿਉਂਕਿ ਮਨਮੁਖਾਂ ਲੋਕਾਂ ਦਾ ਸੁਭਾਅ ਹੁੰਦਾ ਮਸ਼ਕਰੀ ਕਰਨੀ। ਹਰ ਵੇਲੇ ਚੰਚਲਤਾਈ ਦੇ ਵਸ ਹੋ ਕੇ ਉਹਨਾਂ ਨੇ ਮਸ਼ਕਰੀ ਕਰਨੀ ਹੁੰਦੀ ਹੈ, ਉਹਨੂੰ ਮਸ਼ਕਰੀ ਸੁਝਦੀ ਹੈ, ਸਾਧੂਆਂ ਨਾਲ ਵੀ ਮਸ਼ਕਰੀ ਕਰਦੇ। ਉਹ ਜਿਹੜੇ ਹੋਰ ਲੋਕ ਨੇ ਉਹ ਮਹਾਰਾਜ ਜੀ ਦਾ ਮਖੌਲ ਉਡਾਉਂਦੇ, ਉਪਹਾਸ ਕਰਦੇ। ਘਰ ਤੇ ਮਨ ਹੋ ਨਿਕਾਸਿਓ ਕਿਸਨੇ, ਕੀ ਕਹਿੰਦੇ ਨੇ ਉਹ ਲੋਕ, ਕਹਿੰਦੇ ਲੱਗਦਾ ਇਹਨੂੰ ਘਰਦਿਆਂ ਨੇ ਬੁੱਢੇ ਨੂੰ ਘਰੋਂ ਕੱਢਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਬਾਬਤ ਕੀ ਜਾਣਨੇ ਦੁਨੀਆ ਦੇ ਲੋਕ ਵੀ ਉਹਨਾਂ ਨੂੰ ਕੌਣ ਕੱਢਣੇ ਵਾਲਾ ਹੈ। ਸਾਰੀ ਦੁਨੀਆ ਤਾਂ ਉਹਨਾਂ ਦੀ ਆਪਣੀ ਸਿਰਜੀ ਹੋਈ ਬਣਾਈ ਹੋਈ ਹੈ, ਉਹ ਤਾਂ ਸਰਬ ਥਾਈਂ ਵਸਦੇ ਹੈ। ਇਹ ਤਾਂ ਉਹਨਾਂ ਦੀ ਲੀਲਾ ਹੈ, ਉਹ ਵਰਤਾਰਾ ਵਰਤਾ ਕੇ ਦੱਸ ਰਿਹਾ ਹੈ ਕਿ ਸੇਵਕ ਨੇ ਆਪਣਾ ਆਪ ਕਿਵੇਂ ਸਮਰਪਣ ਕਰਕੇ ਸੇਵਾ ਕਰਨੀ, ਕਿਵੇਂ ਮਨ ਤਲੇ ਆਗਾ ਰੱਖ ਕੇ ਉਹ ਵੀ ਸੇਵ ਕਰੇ ਦੀ ਜੁਗਤ ਦੱਸ ਰਹੇ ਨੇ ਸਿੱਖਾਂ ਨੂੰ। ਉਹ ਲੋਕ ਗੱਲਾਂ ਕਰਦੇ, ਕੀ ਕਹਿੰਦੇ, ਕਹਿੰਦੇ ਲੱਗਦਾ ਇਹਨੂੰ ਘਰਦਿਆਂ ਨੇ ਘਰੋਂ ਕੱਢਿਆ ਹੋਇਆ। ਦਰਬ ਨਹੀਂ ਕੁਛ ਇਸਕੇ ਪਾਸ, ਇਹਦੇ ਪੱਲੇ ਹੈ ਨਹੀਂ ਕੁਝ ਰੁਪਈਆ ਧੇਲਾ। ਗੁਰ ਨਿਰਾਸਰੇ ਕੋ ਸੋ ਆਸਰਾ, ਤੇ ਇੱਥੇ ਆ ਗਿਆ ਕਿਉਂਕਿ ਗੁਰੂ ਅੰਗਦ ਸਾਹਿਬ ਤਾਂ ਨਿਰਾਸਰਿਆਂ ਦੇ ਆਸਰੇ ਨੇ। ਇਮ ਲਖ ਆਇਓ ਹੋ ਇਨਹੋ ਆਵਾਸ, ਇਹੀ ਜਾਣ ਕੇ ਇਹਨਾਂ ਦੇ ਘਰ ਆ ਗਿਆ ਹੋਣਾ ਜਦੋਂ ਘਰਦਿਆਂ ਨੇ ਕੱਢਿਆ ਹੋਣਾ। ਟੁਕਰੇ ਖਾਨ ਰਹਿਓ ਪਰ ਕਹਿ ਇਹ ਇੱਥੇ ਪਿਆ ਰਹਿੰਦਾ ਵੀ ਚਲੋ ਲੰਗਰ 'ਚ ਦੋ ਪ੍ਰਸ਼ਾਦੇ ਛਕਣ ਨੂੰ ਮਿਲਦੇ ਨੇ ਇਹਨੂੰ। ਸਭ ਨੇ ਤਿਆਗਿਓ ਭਇਓ ਨਿਰਾਸ, ਘਰਦਿਆਂ ਨੇ ਸਾਰਿਆਂ ਨੇ ਛੱਡ ਦਿੱਤਾ ਹੋਣਾ, ਕੱਢ ਦਿੱਤਾ ਹੋਣਾ, ਤਦੇ ਉਹਨਾਂ ਤੋਂ ਨਿਰਾਸ਼ ਹੋ ਕੇ ਇੱਥੇ ਲੱਗੇ ਨੇ। ਫਿਰ ਹੈ ਨਿਥਾਵਾਂ ਥਾਮ ਨਾ ਪਾਵਹਿ, ਇੱਥੋਂ ਤੱਕ ਵੀ ਬੋਲਦੇ, ਕਹਿੰਦੇ ਨੇ ਥਾਵਾਂ ਹੋਇਆ ਫਿਰਦਾ, ਇਹਨੂੰ ਥਾਂ ਨਹੀਂ ਮਿਲਦੀ। ਸਾਹਿਬ ਜੀ ਨੂੰ ਕਹਿੰਦਾ, ਲੋਕ ਕਹਿੰਦੇ ਆ, ਕਹਿੰਦੇ ਨੇ ਥਾਵਾਂ ਹੋਇਆ ਫਿਰਦਾ, ਇਹਨੂੰ ਥਾਂ ਨਹੀਂ ਮਿਲਦੀ। ਅਹੈ ਨਿਮਾਨਾ ਮਾਨ ਨਾ ਕਾਏ, ਇਹ ਨਿਮਾਣਾ ਆ, ਇਹਨੂੰ ਕਿਤੇ ਮਾਣ ਨਹੀਂ ਮਿਲਦਾ। ਰੈਨ ਦਿਵਸ ਇਤ ਉਤ ਕੋ ਵਿਚਰਤ, ਇਹ ਰਾਤ ਦਿਨ ਇੱਧਰ ਉੱਧਰ ਹੀ ਭੱਜਿਆ ਫਿਰਦਾ, ਟੁਰਿਆ ਫਿਰਦਾ। ਸਭ ਕੇ ਆਗੇ ਸੇਵ ਕਮਾਏ, ਸਾਰਿਆਂ ਦੇ ਅੱਗੇ ਹੱਥ ਜੋੜ ਕੇ ਸਾਰਿਆਂ ਦੀ ਸੇਵਾ ਕਰਦਾ, ਕਮਾਉਂਦਾ ਹੈ। ਇੱਕ ਆਹਾਰ ਕੋ ਅਬ ਅਚਵਨ ਕਰਹੀ, ਬਸ ਇੱਕ ਪ੍ਰਸ਼ਾਦਾ ਛਕਣ ਦੀ ਇਹਨੂੰ ਇੱਛਾ ਹੁੰਦੀ ਵੀ ਦੋ ਰੋਟੀਆਂ ਮਿਲਦੀਆਂ ਨੇ ਇੱਥੇ ਗੁਰੂ ਕੇ ਲੰਗਰਾਂ 'ਚ, ਅਵਰ ਵਸਤ ਕਿਛ ਹਾਥ ਨਾ ਆਏ, ਹੋਰ ਕੋਈ ਵਸਤੂ ਨਹੀਂ ਇਹਦੇ ਹੱਥ ਆਉਂਦੀ ਇੱਥੇ। ਸਭ ਕੋ ਕਹਿਓ ਭਰੈ ਉਰ ਡਰਪਤ, ਤੇ ਲੋਕਾਂ ਦੇ ਸਾਰਿਆਂ ਦੇ ਕਹਿਣੇ ਵਿੱਚ ਚੱਲਦਾ ਵੀ ਡਰ ਕੇ ਵੀ ਜੇ ਮੈਂ ਇਹਨਾਂ ਦਾ ਕਹਿਣਾ ਨਾ ਮੰਨਿਆ ਤੇ ਮੈਨੂੰ ਇੱਥੋਂ ਕੱਢ ਹੀ ਨਾ ਦੇਣ। ਇਹ ਤਾਂ ਵੇਖੋ ਇਹ ਦੁਨੀਆ ਕਿਹੋ ਜਿਹੇ ਸੁਭਾਅ ਵਾਲੀ ਹੈ। ਜੇ ਕੋਈ ਕਿਸੇ ਅੱਗੇ ਹੱਥ ਜੋੜ ਕੇ ਆਪਣੀ ਬੇਨਿਮਰਤਾ ਵਿਖਾਵੇ ਤੇ ਕਹਦੇ ਵੇਖਿਆ ਮੇਰੇ ਤੋਂ ਡਰਦਾ, ਮੈਨੂੰ ਮੱਥਾ ਟੇਕਦਾ, ਡਰਦਾ ਮੇਰੇ ਅੱਗੇ ਹੱਥ ਜੋੜਦਾ, ਇਹ ਹੈ ਵਰਤਾਰਾ ਦੁਨੀਆ ਦਾ। ਕਹਿੰਦੇ ਇਹ ਸਾਡੇ ਅੱਗੇ ਤਾਂ ਹੱਥ ਜੋੜ ਕੇ ਖਲੋਤਾ ਰਹਿਦਾ ਵੀ ਡਰਦਾ ਸਾਡੇ ਤੋਂ, ਸਾਡਾ ਅੱਖਾਂ ਤਾਂ ਮੰਨਦਾ ਵੀ ਜੇ ਸਾਡਾ ਅੱਖਾਂ ਇਹਨੇ ਨਾ ਮੰਨਿਆ ਤੇ ਅਸੀਂ ਇਹਨੂੰ ਕੱਢ ਨਾ ਦਈਏ ਇੱਥੋਂ, ਨਹੀਂ ਨਿਕਾਸ ਦੇਹੇ ਇਸ ਥਾਏ, ਕਿ ਕਿਤੇ ਮੈਨੂੰ ਕੋਈ ਇੱਥੋਂ ਨਿਕਾਸ ਨਾ ਦੇਵੇ, ਕੱਢ ਨਾ ਦੇਵੇ। ਇਮ ਨਿੰਦਕ ਉਪਹਾਸ ਜੁਗਤ ਬਹੁ, ਇਹ ਤਾਂ ਨਿੰਦਕ ਹਾਸਾ ਕਰਦੇ, ਮਹਾਰਾਜ ਜੀ ਦਾ ਮਖੌਲ ਉਡਾਉਂਦੇ। ਨਿੰਦਹਿ ਬਿੰਦਹਿ ਨਹੀਂ ਗਵਾਰ, ਗਵਾਰ ਨੇ ਲੋਕ, ਨਾ ਸਮਝ ਪਸ਼ੂਆਂ ਦੇ ਸਮਾਨ ਨੇ ਜਿਹੜੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੀ ਨਿੰਦਾ ਕਰਦੇ ਨੇ। ਦੀਨ ਦੁਨੀ ਕਾ ਪਾਤਸ਼ਾਹ, ਇਹ ਨਹੀਂ ਜਾਣਦੇ ਜਿਹਦੀ ਨਿੰਦਾ ਕਰ ਰਹੇ ਨੇ ਉਹ ਦੀਨ ਤੇ ਦੁਨੀਆ ਦਾ ਪਾਤਸ਼ਾਹ, ਜਿਹਨੂੰ ਇਹ ਨਿਥਾਵਾਂ ਕਹਿੰਦੇ ਨੇ ਉਹ ਨਿਥਾਵਿਆਂ ਦੀ ਥਾਂ ਹੈ, ਜਿਹਨੂੰ ਨਿਮਾਣਾ ਕਹਿੰਦੇ ਨੇ ਉਹ ਨਿਮਾਣਿਆਂ ਦੇ ਮਾਣ ਹਨ।
जिसके सम को होवे ना उदार। ਇਹੋ ਜੇ ਦੀਨ ਦੁਨੀਆ ਦੇ ਪਾਤਸ਼ਾਹ ਨੇ ਜਿਨ੍ਹਾਂ ਦੇ ਸਮਾਨ ਕੋਈ ਦੂਸਰਾ ਉਦਾਰ ਨਹੀਂ। सिखेन अर निंदक ते सुन कर। ਸਿੱਖ ਉਪਮਾ ਕਰਦੇ ਨੇ, ਨਿੰਦਕ ਨਿੰਦਾ ਕਰਦੇ ਨੇ, ਦੋਵੇਂ ਹੀ ਮਿਲਦੇ ਸਤਿਗੁਰਾਂ ਨੂੰ। ਸਿੱਖ ਉਪਮਾ ਕਰਦੇ ਨੇ, ਆਹਾ ਇਹਨਾਂ ਦੀ ਸੇਵਾ ਵੱਡੀ ਹੈ, ਆਹਾ ਦਿਨ ਰਾਤ ਸੇਵਾ 'ਚ ਹੀ ਰਹਿੰਦੇ ਆ। ਤੇ ਨਿੰਦਕ ਉਹ ਨਿੰਦਾ ਕਰਦੇ ਨੇ। ਦੋਨਾਂ ਕੋਲੋਂ ਸੁਣਦੇ ਗੁਰੂ ਅਮਰਦਾਸ ਜੀ। हरख न शोक कर है किस बार। ਸਿੱਖਾਂ ਵੱਲੋਂ ਉਪਮਾ ਸੁਣ ਕੇ ਖੁਸ਼ ਨਹੀਂ ਹੁੰਦੇ ਤੇ ਨਿੰਦਕਾਂ ਕੋਲੋਂ ਨਿੰਦਾ ਸੁਣ ਕੇ ਮਨ 'ਚ ਦੁੱਖ ਨਹੀਂ ਮਨਾਉਂਦੇ। ਦੋਵੇਂ ਇੱਕ ਸਮਾਨ ਹੀ ਸਮਝਦੇ। ਉਸਤਤ ਨਿੰਦਾ ਦੋਉ ਤਿਆਗੈ, ਖੋਜੈ ਪਦ ਨਿਰਵਾਣਾ। ਦੋਨਾਂ ਤੋਂ ਰਹਿਤ ਹੋ ਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਦੋਨਾਂ ਤੋਂ ਹੀ ਵਿਰਕਤ ਹੋ ਕੇ ਰਹਿੰਦੇ ਹਨ। ਇੱਕ ਸੇਵਕੇ ਤਤਪਰ ਹੋਵੇ ਕਰ। ਔਰ ਇੱਕ ਸੇਵਾ ਦੇ ਵਿੱਚ ਹੀ ਤਤਪਰ ਹੋ ਕੇ ਰਹਿੰਦੇ ਹਨ। ਗੁਰੂ ਅਰਾਧੈ ਸਰਬ ਪ੍ਰਕਾਰ। ਸਰਬ ਪ੍ਰਕਾਰ ਨਾਲ ਸਤਿਗੁਰਾਂ ਦੀ ਆਰਾਧਨਾ ਕਰਦੇ ਹਨ। ਦੋਹਰਾ इस प्रकार सेवा कर है हरख शोक और त्याग। इस तरह सतगुरु जी सेवा करते हरख सोग दोनों तो त्याग के। ये जड़ा द्वंद है ना, हरख सोग मान अपमान उस्तत निंदा, इस द्वंद तो रहत हो के सतगुरु जी सेवा करते हैं। कहो किसु की को किसी बिद तरह न मन बड़ भाग। कोई की कहंदा कोई की आखदा वो अपने मन च नहीं लियाउंदे। लोकन की चितराई उपमा ते बैसंतर जार। कोई भला कहे भावें बुरा कहे, हम तन दियो है तार। अब हम चली ठाकुर पैहार। इस अवस्था च विचरदे ने गुरु अमरदास जी। कोई उपमा करे तां कहंदे महाराज तेरी उपमा, ते जे कोई निंदा करे ते छड्ड के नहीं जांदे। ਦੋਨਾਂ ਵਿੱਚ ਇੱਕ ਸਮਾਨ। ਕੋਈ ਕੀ ਆਖੇ, ਦੁਨੀਆ ਦੇ ਕਹਿਣ ਦੇ ਉੱਤੇ ਜੇ ਚੱਲੋਗੇ ਨਾ ਇਹ ਕਦੇ ਨਹੀਂ ਪ੍ਰਸੰਨ। ਕੋਈ ਬੋਲਣ ਲੱਗ ਪਏ ਤੇ ਕਹਿੰਦੇ ਬਹੁਤਾ ਬੋਲਦਾ, ਕੋਈ ਚੁੱਪ ਰਹਿਣ ਲੱਗ ਪਵੇ ਤਾਂ ਕਹਿੰਦੇ ਇਹਨੂੰ ਅਕਲ ਕੋਈ ਨਹੀਂ ਗੱਲਬਾਤ ਕਰਨ ਦੀ। ਕੋਈ ਟੁਰਨ ਫਿਰਨ ਲੱਗ ਪਏ ਤੇ ਕਹਿੰਦੇ ਫਰੇਤਲ ਹੈ, ਅਵਾਰਾਗਰਦੀਆਂ ਕਰਦਾ। ਕੋਈ ਘਰ 'ਚ ਬਹਿ ਕੇ ਇਕਾਂਤ 'ਚ ਭਜਨ ਕਰਨ ਲੱਗ ਪਵੇ ਤੇ ਕਹਿੰਦੇ ਇਹਨੂੰ ਤਾਂ ਟੁਰਨ ਫਿਰਨ ਦਾ ਹੀ ਨਹੀਂ ਪਤਾ ਲੋਕਾਂ ਵਿੱਚ, ਇਹ ਨਹੀਂ ਜੇ ਖੁਸ਼ ਹੁੰਦੇ। ਇਹ ਸੰਸਾਰ ਦਾ ਵਰਤਾਰਾ ਹੀ ਐਸਾ ਹੈ। ਤੇ ਜੇ ਦੁਨੀਆ ਨੂੰ ਖੁਸ਼ ਕਰਨ ਵਾਲੇ ਪਾਸੇ ਬੰਦਾ ਟੁਰਿਆ ਰਿਹਾ ਨਾ ਤੇ ਰੱਬ ਦੀ ਖੁਸ਼ੀ ਨਹੀਂ ਜੇ ਮਿਲਦੀ। ਤੇ ਜਿਹੜੇ ਪਰਮੇਸ਼ਰ ਦੀ ਖੁਸ਼ੀ ਵਾਸਤੇ ਪਰਮੇਸ਼ਰ ਦੀ ਬੰਦਗੀ 'ਚ ਰੰਗ ਵਿੱਚ ਰੰਗੇ, ਲੋਕਾਂ ਦੀ ਪਰਵਾਹ ਨਾ ਕਰਦਿਆਂ ਹੋਇਆ ਵੀ ਕੌਣ ਕੀ ਕਹਿੰਦਾ, ਕੌਣ ਕੀ ਆਖਦਾ, परमार्थ के रस्ते ते टुरना पैंदा तां जाके मंजिल हासिल हुंदी। ते जे रस्ते ते टुरिया जांदा यही वेखे भी कौन की कहदा, उत्थे उन्हां नाल उलझ के रह जाएगा। वो तू की कहना मैनू, उपमा करन वाले दे विच उलझ जाएगा जां निंदा करन वाले च उलझ जाएगा। वो तां उत्थे ही रह गया, अगे तां चलिया ही नहीं, टुरिया ही नहीं। फिर सतगुरु गुरु अमरदास साहब सानू सिखा रहे ने जुगती। आप तो पहुंचे ही होए ने, आप तो रब ने, आप तो वो स्वयं पार ब्रह्म परमेश्वर ने। यह साडे वास्ते पूरने पे पाउंदे है कि भाई कोई कुछ पिया कहे, परमेश्वर की बंदगी विच तत्पर रहना है। निशानी छंद घटा श्याम एक निशा में पसरियो अंधकारा। कहंदे रात का समय अंधकार है। यह है अखीरली परख गुरु अमरदास साहब सच्चे पातशाह दी। सर्दी का मौसम है, पोदियां सर्द रातां ने, आकाश विच कालियां घटावां ते थोड़ियां थोड़ियां मींह दियां बूंदां वरनियां शुरू हो गईयां। हड चीरवी ठंड पैंदी है। पर सतगुरु गुरु अमरदास साहब अज भी उठे ने, पैर रात रहिंदे हैं। गागर लई है, जल लैण वास्ते चल पे ने, जल भर के लैके आए ने। एक जुलाहे दे घर खड्डी दे नाल किल्ली हुंदी है, उस किल्ली नाल ठुड्डा लगा ते डिगे ने। उत्थे ओ जुलाई ने जेड़े बोल कहे ने अज नहीं सहे गए। अगे रोज कहंदा सी कोई ना कोई नथावां, पर अज इहो जिहा आनंद विच सन। कहंदे कमलिए हुण नहीं मैं नथावां रिहा, हुण तां मैनूं मेरे साहिब दे चरनां 'च थां मिल गई है।
ਸਤਿ ਸ੍ਰੀ ਅਕਾਲ। ਇਹ ਪਾਵਨ ਪ੍ਰਸੰਗ ਕੱਲ ਦੀ ਕਥਾ ਵਿੱਚ ਆਪ ਜੀ ਸਰਵਣ ਕਰੋਗੇ। ਗਰੀਬਨਵਾਜ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ। ਤੇਰੀ ਉਪਮਾ ਤੋਹਿ ਬਨ ਆਵੈ। ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ। ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਵੇਕ। ਹੇ ਪਰੰਪਰ ਹਰ ਹਰੇ, ਐ ਪੀ ਹੋਵਨ ਹਾਰ। ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਾਂ ਦਾਸੜੋ, ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆ। ਸਬਦੋ ਤਗਾਵਹ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ
ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਸਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ। ਚੰਗਿਆਇਆ ਬੁਰਿਆਇਆ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕ